गुरु प्यारी साध संगत वाहिगुरु जी का खालसा वाहिगुरु जी की फतेह। खालसा बिलोंग टू द लॉर्ड, ऑल विक्टरीज आर इन हिज नेम, ही इज द ट्रूथ एंड ट्रूथ ट्रायम्फ्स। साध संगत, पिछले 2-3 हफ्तिਆਂ ਤੋਂ ਤੁਸੀਂ प्रोफैसर दर्शन सिंह जी खालसा सिंह साहब साबका जथेदार अकाल तख्त ਦੇ ਵਿਚਾਰ ਸੁਣੇ ਦਸਮ ਗ੍ਰੰਥ ਬਾਰੇ। ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਐਸੇ ਵਿਅਕਤੀ ਆਏ ਹੋਏ ਹਨ ਜਿਨ੍ਹਾਂ ਨੇ ਕਿ ਦਸਮ ਗ੍ਰੰਥ ਦੀ ਪੂਰੀ ਪੜ੍ਹਾਈ ਕੀਤੀ ਹੈ ਔਰ ਉਹਨੂੰ ਪੇਜ 1 ਤੋਂ ਲੈ ਕੇ ਅਖੀਰਲੇ ਪੇਜ ਤੱਕ ਉਹਨੂੰ ਪੜ੍ਹਿਆ ਹੈ ਔਰ ਇੱਕ ਵਾਰੀ ਨਹੀਂ ਪੜ੍ਹਿਆ, 2 ਵਾਰੀ 3 ਵਾਰੀ 4 ਵਾਰੀ ਪੜ੍ਹਿਆ ਹੈ। ਉਹ ਹਨ ਬੀਬੀ ਜਗਰਾਜ ਕੌਰ ਜੀ ਬਾਠ, ਜਿਨ੍ਹਾਂ ਨੇ ਕਿ MA ਹਿਸਟਰੀ ਕੀਤੀ, MPhil ਕੀਤੀ, ਉਸ ਤੋਂ ਬਾਅਦ ਟੋਰਾਂਟੋ ਯੂਨੀਵਰਸਿਟੀ ਦੇ ਵਿੱਚ ਆ ਕੇ MA ਰਿਲੀਜਨ ਕੀਤੀ ਔਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਹੀ ਸਿੱਖੀਜ਼ਮ ਦੇ ਉੱਤੇ ਔਰ ਸਿੱਖ ਹਿਸਟਰੀ ਦੇ ਉੱਤੇ ਕੋਰਸ ਦਿੰਦੇ ਰਹੇ ਔਰ ਉੱਥੇ ਉਹ ਆਪਣੇ PhD ਵਾਸਤੇ ਵੀ ਐਨਰੋਲ ਹੋਏ, ਲੇਕਿਨ ਉਹਨੇ ਆਪਣੇ ਸਰਕਮਸਟਾਂਸਿਸ ਦੇ ਮੁਤਾਬਕ ਕੰਪਲੀਟ ਹਾਲੇ ਨਹੀਂ ਹੋ ਸਕੀ। ਉਹਨਾਂ ਨੇ ਦਸਮ ਗ੍ਰੰਥ ਬਾਰੇ ਆਪਣੇ ਵਿਚਾਰ ਜਿਹੜੇ ਨੇ ਖੋਜ ਕਰਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਦਸਮ ਗ੍ਰੰਥ ਹੈ ਸਾਡੇ ਕੋਲ, ਉਹਦੇ ਉੱਤੇ ਇੱਕ ਐਸਾ ਸ਼ਬਦ ਲਿਖੇ ਹੋਏ ਹਨ ਜਿਹੜੇ ਕਿ ਸਾਨੂੰ ਇਸ ਪੁਸਤਕ ਦੇ ਉੱਤੇ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਨੇ। ਫਾਰ ਐਗਜ਼ਾਮਪਲ, ਇਹ ਸਭ ਮੇਰੇ ਹੱਥ ਦੇ ਵਿੱਚ ਜਿਹੜੀ ਕਿਤਾਬ ਹੈ ਦਸਮ ਗ੍ਰੰਥ, ਇਹਦੇ ਉੱਤੇ ਲਿਖਿਆ ਹੈ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਇਹ ਹੈ ਉਹਦਾ ਦੂਸਰਾ ਭਾਗ ਔਰ ਇਹ ਪਬਲਿਸ਼ਰ ਹੋਈ ਹੈ ਭਾਈ ਚਰਿੱਤਰ ਸਿੰਘ ਜੀ, ਜੀਵਨ ਸਿੰਘ ਜੀ, ਬਜ਼ਾਰ ਮਾਈ ਸੇਵਾ, ਅੰਮ੍ਰਿਤਸਰ। ਤੁਸੀਂ ਲਫ਼ਜ਼ਾਂ ਤੋਂ ਇਹ ਦੂਸਰਾ ਭਾਗ ਹੈ, ਉਹਦਾ ਪਹਿਲਾ ਭਾਗ ਵੀ ਹੈ ਇਸ ਤਰ੍ਹਾਂ। ਤੁਸੀਂ ਇਹ ਸ਼ਬਦਾਂ ਤੋਂ ਦੇਖ ਹੀ ਲਿਆ ਹੈ ਕਿ ਸਿੱਖੀਜ਼ਮ ਦੇ ਵਿੱਚ ਗੁਰੂ ਗ੍ਰੰਥ, ਆਦਿ ਗੁਰੂ ਗ੍ਰੰਥ ਤੋਂ ਸਵਾਦ ਕੋਈ ਗੁਰੂ ਗ੍ਰੰਥ ਨਹੀਂ ਬਣ ਸਕਦਾ। ਬੀਬੀ ਜੀ, ਜਗਰਾਜ ਕੌਰ ਜੀ, ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਟਾਈਮ ਦਿੱਤਾ ਤੇ ਮੈਨੂੰ ਬੁਲਾ ਕੇ ਮੇਰੇ ਆਪਣੇ ਵਿਚਾਰ ਜਿਹੜੇ ਨੇ ਸਿੱਖ ਸੰਗਤ ਦੇ ਨਾਲ ਤੁਹਾਡੇ ਨਾਲ ਮੈਂ ਸਾਂਝੇ ਕਰ ਸਕਾਂ। ਤੁਸੀਂ ਮੈਨੂੰ ਇਹ ਦੱਸੋ ਕਿ ਬਈ ਤੁਸੀਂ ਗੁਰੂ ਕੀ ਕਹਿੰਦੇ ਦਸਮ ਗ੍ਰੰਥ ਨੂੰ ਪੇਜ 1 ਤੋਂ ਲੈ ਕੇ ਅਖੀਰ ਤੱਕ 1428 ਪੇਜ ਨੇ ਇਹਦੇ, ਪਲੱਸ ਕੁਝ ਹੋਰ ਪੇਜ ਵੀ ਨੇ, ਜਿਸ ਤਰ੍ਹਾਂ ਕਿ ਅਖੀਰਲੇ ਪੇਜ ਦੇ ਵਿੱਚ ਜਿਹੜੇ ਉਹਨਾਂ ਨੇ ਦਿਖਾਏ ਨੇ ਉਹ ਦੇ ਵਿੱਚ ਆਉਂਦੇ ਨੇ ਅਸਫੋਟਕ ਕਬਿਤ, ਕਬਿਤ ਇਹ 1428 ਤੋਂ ਬਾਅਦ ਆਏਗਾ। ਇੱਕ ਓਮਕਾਰ ਸ੍ਰੀ ਭਗਵਤੀ ਜੀ ਸਹਾਇ ਅਸਫੋਟਕ ਕਬਿਤ ਲਿਖਿਅਤੇ। ਹਾਂਜੀ, ਕਿਉਂ ਤੁਸੀਂ ਇਸ ਨੂੰ ਇਹਦੇ ਵਿੱਚ ਰੁਚੀ ਜਿਹੜੀ ਹੈ ਕਿਸ ਤਰ੍ਹਾਂ ਪਈ? ਦਸਮ ਗ੍ਰੰਥ ਦੇ ਬਾਰੇ ਜਿਹੜਾ ਮੇਰਾ ਪਰਸਨਲ ਇੰਟਰਸਟ ਹੋਇਆ ਜਦੋਂ ਮੈਂ ਕੋਈ 13 ਸਾਲ ਦੀ ਸੀਗੀ ਤੇ ਮੈਨੂੰ ਪਤਾ ਚੱਲਿਆ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਕੋਈ। ਮੈਨੂੰ ਇਸ ਬਾਰੇ ਇਨਫੋਰਮੇਸ਼ਨ ਨਾ ਮੈਨੂੰ ਆਪਣੇ ਘਰ ਤੋਂ ਮਿਲੀ, ਨਾ ਮੈਨੂੰ ਗੁਰਦੁਆਰੇ ਤੋਂ ਮਿਲੀ। ਮੇਰੇ ਨੇਬਰਹੁੱਡ 'ਚ ਇੱਕ ਔਰਤ ਸੀ, ਉਸ ਨਾਲ ਗੱਲ ਕਰਦੇ ਪਤਾ ਲੱਗਾ। ਮਨ 'ਚ ਤਮੰਨਾ ਬੜੀ ਹੋਈ ਤੇ ਦੁੱਖ ਹੋਇਆ ਉਸ ਵੇਲੇ ਮਹਿਸੂਸ ਇਹ ਚੀਜ਼ ਦਾ ਕਿ ਜੇ ਦਸਮ ਗ੍ਰੰਥ ਗੁਰੂ ਸਾਹਿਬ ਦੀ ਕੋਈ ਰਚਨਾ ਹੈ ਤੇ ਸਾਡੇ ਤੱਕ ਉਹ ਕਿਉਂ ਨਹੀਂ ਪਹੁੰਚੀ ਜਾਂ ਸਾਨੂੰ ਕਿਉਂ ਨਹੀਂ ਦੱਸਿਆ ਗਿਆ। ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਸਵੇਰੇ ਸ਼ਾਮ ਪਾਠ ਹੁੰਦਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪਤਾ ਸੀ, ਪਰ ਦਸਮ ਗ੍ਰੰਥ ਬਾਰੇ ਕਿਉਂ ਨਹੀਂ ਦੱਸਿਆ। ਦੁੱਖ ਹੋਇਆ। ਉਸ ਤੋਂ ਬਾਅਦ ਮਨ 'ਚ ਘਰ ਆ ਕੇ ਪਹਿਲਾਂ ਮਦਰ ਨਾਲ ਗੱਲ ਕੀਤੀ। ਮਦਰ ਕਹਿੰਦੇ ਹਾਂ ਸੁਣਿਆ ਹੋਇਆ ਹੈ, ਦੇਖਿਆ ਉਹਨਾਂ ਵੀ ਨਹੀਂ ਸੀ। ਫਿਰ ਮਨ ਦੇ ਵਿੱਚ ਆਇਆ ਕਿ ਜਦੋਂ ਵੱਡੀ ਹੋਵਾਂਗੀ ਤੇ ਇਹ ਪੜ੍ਹਨਾ ਜ਼ਰੂਰ ਹੈ। ਕਿੱਥੋਂ ਮਿਲਦਾ ਕੁਛ ਨਹੀਂ ਸੀ ਪਤਾ। ਤੇ ਬਾਅਦ ਵਿੱਚ ਜਦੋਂ ਮੈਂ MA ਤੋਂ ਬਾਅਦ ਆਪਣੀ MPhil ਮਾਸਟਰ ਫਿਲਾਸਫੀ ਕੀਤੀ ਹਿਸਟਰੀ ਦੇ ਵਿੱਚ, I decided to work on a manuscript dealing with the history of Punjab, annexation of the Punjab by the British. ਤੇ ਮੈਨੂਸਕ੍ਰਿਪਟ ਦੀ ਭਾਲ ਕਰਦਿਆਂ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਖਾਲਸਾ ਕਾਲਜ ਦੇ ਵਿੱਚ ਮੈਨੂੰ ਇੱਕ ਮੈਨੂਸਕ੍ਰਿਪਟ ਮਿਲਿਆ ਜਿਹੜਾ ਕਿ ਐਂਗਲੋ ਸਿੱਖ ਵਾਰਸ ਦੇ ਨਾਲ ਡੀਲ ਕਰਦਾ ਸੀ। ਉਹਦੀ ਇੰਟਰੋਡਕਸ਼ਨ ਮੈਨੂੰ ਇਹਨੂੰ ਕੈਟਾਲੌਗ ਦੇ ਵਿੱਚੋਂ ਮਿਲ ਗਈ। ਗੁਰਮੁਖੀ ਦੇਖ ਕੇ ਕਿ ਮੈਂ ਪੜ੍ਹ ਲਵਾਂਗੀ, ਲੈ ਲਿਆ। ਥੋੜ੍ਹਾ ਜਿਹਾ ਪੜ੍ਹਿਆ ਤੇ ਲੱਗਾ ਵੀ ਲੈਂਗੁਏਜ ਜਿਹੜੀ ਆ ਉਹ ਨਹੀਂ ਹੈ ਜਿਹੜੀ ਅਸੀਂ ਬੋਲਦੇ ਹਾਂ ਜਾਂ ਪੰਜਾਬ 'ਚ ਸੁਣੀ ਆ ਜਾਂ ਬਾਕੀ ਲਿਟਰੇਚਰ 'ਚ ਹੈ। ਇੱਕ ਨਵੀਂ ਚੀਜ਼ ਲੱਗੀ, ਮਨ 'ਚ ਕਿਉਰਿਓਸਿਟੀ ਹੋਰ ਹੋਈ।
ਉਸ ਨੂੰ ਪੜਿਆ। ਟਫ ਸੀ ਕੰਮ ਬਹੁਤ ਜ਼ਿਆਦਾ, ਸੈਪਰੇਟ ਕਰਕੇ ਵਰਡਸ ਨੂੰ ਲਿਖਣਾ, ਫਿਰ ਉਸ ਨੂੰ ਆਲ ਟੂਗੇਦਰ ਨਿਊ ਵੋਕੈਬਲਰੀ ਸੀ ਜਿਹਨਾਂ ਡੀਲ ਕੀਤਾ। ਪੜ੍ਹਦਿਆਂ ਵਕਤ ਫਿਰ ਮੇਰੇ ਦਿਮਾਗ 'ਚ ਆਇਆ ਕਿ ਹੁਣ ਜਿਹੜਾ ਇਸ ਤੋਂ ਬਾਅਦ ਨੈਕਸਟ ਕੰਮ ਹੈ ਉਹ ਦਸਮ ਗ੍ਰੰਥ 'ਤੇ ਕੰਮ ਕਰਨਾ ਹੈ, ਕਿਉਂਕਿ ਉਹ ਵੀ ਗੁਰਮੁਖੀ ਹੈ, ਸਕ੍ਰਿਪਟ 'ਚ ਲਿਖਿਆ ਹੋਇਆ ਤੇ ਬ੍ਰਜ ਲੈਂਗੁਏਜ ਹੈ। ਤੇ ਐਮਫਿਲ ਕਰਨ ਤੋਂ ਬਾਅਦ ਮੈਂ ਫਿਰ ਪੰਜਾਬ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਵਿੱਚ ਗਈ ਬੁੱਕ ਸ਼ਾਪ 'ਤੇ। ਮੈਂ ਉਹਨਾਂ ਕੋਲੋਂ ਦਸਮ ਗ੍ਰੰਥ ਖਰੀਦਣ ਵਾਸਤੇ ਗਈ। ਉਹਨਾਂ ਨੇ ਮੈਨੂੰ ਭੇਟਾ ਦੇ ਤੌਰ ਤੇ ਦਿੱਤਾ ਵੀ ਜਿੰਨਾ ਤੁਹਾਡਾ ਮਨ ਕਰਦਾ ਹੈ ਦੇ ਦਿਓ, ਬਾਕਸ ਵਿੱਚ ਬੰਦ ਕਰਕੇ ਸ਼ਰਧਾ ਪਿਆਰ ਨਾਲ ਘਰ ਲੈ ਆਈ, ਇਹੀ ਸਮਝ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ। ਪੜ੍ਹਨ ਲੱਗੀ। ਬਚਿੱਤਰ ਨਾਟਕ ਵੱਲ ਜ਼ਿਆਦਾ ਧਿਆਨ ਮੇਰਾ ਸੀਗਾ, ਕਿਉਂਕਿ ਆਟੋਬਾਇਓਗ੍ਰਾਫੀ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੀ। ਤੇ ਉਸ ਨੂੰ ਜਦੋਂ ਪੜ੍ਹਿਆ ਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ is this the same poet writing this composition who wrote that ਰਾਣੀ ਰਜਿੰਦਰਮਤੀ ਚਰਿੱਤਰ? ਰਾਣੀ ਜਿੰਦਾਂ ਬਾਰੇ ਲਿਖਿਆ ਉਸਨੇ, ਜਿਹੜੀ ਐਂਗਲੋ ਸਿੱਖ ਵਾਰਸ ਦੇ ਮੈਨੂਸਕ੍ਰਿਪਟ ਦੀ ਗੱਲ ਕਰਦੀ ਹੈ। ਕਿਉਂਕਿ ਸਿਮਿਲਰ ਸੈਂਟੈਂਸਸ ਇੱਥੇ ਨੇ ਬਚਿੱਤਰ ਨਾਟਕ ਦੇ ਵਿੱਚ, ਉਹੀ ਵੋਕੈਬਲਰੀ ਹੈ, ਉਹੀ ਰਾਈਟਿੰਗ ਸਟਾਈਲ ਹੈ, ਉਹੀ ਪੋਇਟੀਕਲ ਮੀਟਰਸ ਨੇ। ਤੇ ਇਹ ਕਿਸ ਤਰ੍ਹਾਂ ਰੁਚੀ ਹੋਰ ਵੱਧ ਗਈ। ਸੋ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਤੁਸੀਂ ਇਹਨੂੰ ਖੋਜ ਕੀਤੀ ਇਸ ਟਾਪਿਕ ਦੇ ਉੱਤੇ, ਉਸੇ ਤਰ੍ਹਾਂ ਤੁਹਾਡੀ ਜਿਹੜੀ ਹੈ ਕਿਉਰਿਓਸਿਟੀ ਵੱਧਦੀ ਗਈ। ਹਾਂਜੀ, ਕਿ ਬਈ ਇਹਨੂੰ ਵੇਖਿਆ ਜਾਵੇ, ਇਹਨੂੰ ਹੋਰ ਕੋਖਿਆ ਜਾਵੇ, ਹੋਰ ਕੋਖਿਆ ਜਾਵੇ, ਤੇ ਹੋਰ ਵੀ ਜ਼ਿਆਦਾ ਬਣ ਗਈ ਜਦੋਂ ਮੈਂ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਇੱਕ ਕੋਰਸ ਲਈ ਪੇਪਰ ਲਿਖਿਆ। ਹਿੰਦੂਇਜ਼ਮ ਐਂਡ ਪੋਲਿਟਿਕਸ ਦਾ ਕੋਰਸ ਸੀ। ਹਿੰਦੂਇਜ਼ਮ ਐਂਡ ਪੋਲਿਟਿਕਸ ਗ੍ਰੈਜੂਏਟ ਕੋਰਸ ਸੀ। ਉੱਥੇ ਮੈਂ ਇਹਦਾ ਉਹ ਹਿੰਦੂਤਵਾਦੀ ਬੁੱਕ ਪੜ੍ਹਦਿਆਂ ਤੇ ਦਸਮ ਗ੍ਰੰਥ ਦਾ ਮੈਂਸ਼ਨ ਜਿਸ ਢੰਗ ਨਾਲ ਹੋਇਆ ਤੇ ਸਮਝ ਲੱਗ ਗਈ ਕਾਫੀ। ਹਾਂਜੀ, ਫਿਰ ਹੋਰ ਕਿਉਰਿਓਸਿਟੀ ਵਧੀ ਕਿ ਇਹ ਤਾਂ ਹੁਣ ਪੜ੍ਹਨਾ ਆ ਚੰਗੀ ਤਰ੍ਹਾਂ ਨਾਲ। ਉਸ ਕੋਰਸ ਲਈ ਮੈਂ ਪੇਪਰ ਲਿਖਿਆ ਸੀਗਾ ਬ੍ਰਹਮੈਨਿਕਲ ਰਿਸਪੌਂਸ ਟੂ ਦ ਸਿੱਖਸ ਐਂਡ ਦ ਰਿਲੀਜਨ। ਉਹਦੇ ਨਾਲ ਮੈਨੂੰ ਜਿਹੜਾ ਰਿਸਪੌਂਸ ਮੈਨੂੰ ਉਧਰੋਂ ਮਿਲਿਆ, ਉਹਦੇ ਨਾਲ ਮੈਨੂੰ ਹੋਰ ਤਮੰਨਾ ਬਣ ਗਈ ਕਿ ਮੈਂ ਹਾਂਜੀ ਟੂ ਦ ਸਿੱਖਸ ਐਂਡ ਦ ਰਿਲੀਜਨ। ਯੈਸ। ਤੁਸੀਂ ਮੈਨੂੰ ਦੱਸੋ ਕਿ ਇੱਥੇ ਲਫ਼ਜ਼ ਵਰਤਿਆ ਗਿਆ ਗ੍ਰੰਥ। ਹਾਂਜੀ, ਗ੍ਰੰਥ ਦੀ ਜੇ ਅਗਰ ਲਫ਼ਜ਼ ਵੀ ਕੀਤੇ ਜਾਣ ਤੇ ਇਟ ਮੀਨਸ ਅ ਬਿਗ ਬੁੱਕ। ਔਰ ਲੇਕਿਨ ਸਿੱਖੀਜ਼ਮ ਦੇ ਵਿੱਚ ਗ੍ਰੰਥ ਦੀ ਕਨੋਟੇਸ਼ਨ ਜਿਹੜੀ ਹੈ ਉਹ ਇੱਕ ਮਾਨਤਾ ਵਾਲੀ ਚੀਜ਼ ਹੈ ਕਿ ਧਾਰਮਿਕ ਸੇਕਰਡ ਸਮਝਿਆ ਜਾਂਦਾ ਹੈ। ਹਾਂਜੀ, ਕਿਆ ਇਹ ਧਾਰਮਿਕ ਚੀਜ਼ ਹੈ ਤੁਹਾਡੇ ਖਿਆਲ ਵਿੱਚ? ਸਿੱਖ ਸਰਕਲਸ ਦੇ ਤੇ ਸਿੱਖ ਫਿਲਾਸਫੀ ਦੇ ਮੁਤਾਬਕ ਨਹੀਂ। ਓਕੇ। ਨੰਬਰ 2, ਕਿਆ ਇਹ ਚੀਜ਼ ਜਿਹੜੀ ਹੈ ਦਸਮ ਗ੍ਰੰਥ ਇਜ਼ ਇਟ ਅ ਕੰਟੀਨਿਊਸ flow or it ਸਿੱਧੇ ਇੱਕ ਹਿੱਸੇ ਤੋਂ ਲੈ ਕੇ ਅਖੀਰਲੇ ਹਿੱਸੇ ਤੱਕ? ਕਿਉਂਕਿ is it let me ask you a simple question. Is it a homogeneous book or it is a heterogeneous? It's a collection of many compositions by different poets. ਹਾਂਜੀ, ਇਹ the collection ਹੈਗੀ ਹੈ ਮਤਲਬ different compositions. ਸਿੱਖ ਇਤਿਹਾਸ, ਸਿੱਖ ਧਾਰਮਿਕ ਇਤਿਹਾਸ ਦੇ ਵਿੱਚ ਕਈ ਕਿਤਾਬਾਂ ਜਿਹੜੀਆਂ ਉਹ ਕਾਫੀ ਮਾਇਨੇ ਰੱਖਦੀਆਂ। ਜਿਸ ਤਰ੍ਹਾਂ ਕਿ ਗੁਰੂ ਸੋਭਾ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਭਾਈ ਕੌਰ ਸਿੰਘ, ਉਹਨਾਂ ਦੇ ਵਿੱਚ ਇਸ ਦਸਮ ਗ੍ਰੰਥ ਬਾਰੇ ਕੋਈ ਮੈਂਸ਼ਨ ਨਹੀਂ ਹੈ। ਨਹੀਂ ਜੀ, ਬਿਲਕੁਲ ਨਹੀਂ। ਮੈਂ ਥੋਰੋਲੀ ਸਾਰੀਆਂ ਬੁੱਕਸ ਪੜ੍ਹੀਆਂ ਨੇ, ਇਸ ਕਰਕੇ ਕਿ ਜਿਹੜੇ ਪਹਿਲਾਂ ਵੀ ਵਿਦਵਾਨ ਇਸ ਬਾਰੇ ਗੱਲ ਕਰ ਰਹੇ ਨੇ ਕਿਧਰੇ ਕੋਈ ਓਮਿਟ ਤਾਂ ਨਹੀਂ ਕਰ ਗਿਆ। ਗੁਰਸੋਭਾ ਥੋਰੋਲੀ ਪੜ੍ਹੀ ਹੈ, ਕਿਧਰੇ ਦਸਮ ਗ੍ਰੰਥ ਦਾ ਮੈਂਸ਼ਨ ਨਹੀਂ ਹੈ ਤੇ ਨਾ ਹੀ ਕੌਰ ਸਿੰਘ ਦੇ ਪਾਤਸ਼ਾਹੀ 10 ਚ। ਔਰ ਉਹ ਕਿਤਾਬ ਜਿਹੜੀਆਂ ਹੈਗੀਆਂ ਬੁੱਕਸ ਉਹ ਡੀਲ ਵਿਦ ਗੁਰੂ ਗੋਬਿੰਦ ਸਿੰਘ ਜੀ। ਹਾਂਜੀ, ਕੌਰ ਸਿੰਘ ਜਿਹੜੀਆਂ ਕਿਤਾਬਾਂ 'ਚ ਇਹਨਾਂ ਦਾ ਮੈਂਸ਼ਨ ਆਉਂਦਾ ਦਸਮ ਗ੍ਰੰਥ ਬਾਰੇ ਉਹ ਹੈਗੀਆਂ ਨੇ, ਅਗਰ ਮੈਂ ਗਲਤ ਨਹੀਂ ਤਾਂ ਹੈਗਾ ਬੰਸਾਵਲੀ ਨਾਮਾ ਦਸਮ ਪਾਤਸ਼ਾਹੀ ਕਾ ਪਾਈਆਂ ਕਾ ਬਾਈ ਕੇਸਰ ਸਿੰਘ ਛਿੱਬੜ, ਜਿਹੜਾ ਕਿ 1779 ਦੇ ਵਿੱਚ ਆਇਆ। ਮਹਿਮਾ ਪ੍ਰਕਾਸ਼ ਸਰੂਪ ਸਿੰਘ ਭੱਲਾ, ਜਿਹੜੀ ਕਿ 1800 ਸਦੀ ਦੇ ਵਿੱਚ ਪ੍ਰਕਾਸ਼ਿਤ ਹੋਈ। ਗੁਰਪ੍ਰਤਾਪ ਸੂਰਜ ਭਾਈ ਸੰਤੋਖ ਸਿੰਘ, ਜਿਹੜੀ ਕਿ 1843 ਦੇ ਵਿੱਚ ਪ੍ਰਕਾਸ਼ਿਤ ਹੋਈ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ, ਜਿਹੜੀ ਕਿ 1878 ਦੇ ਵਿੱਚ ਪ੍ਰਕਾਸ਼ਿਤ ਹੋਈ। ਮਹਾਕੋਸ਼ ਭਾਈ ਕਾਹਨ ਸਿੰਘ ਨਾਭਾ, ਜਿਹੜੀ ਕਿ 1930 ਦੇ ਵਿੱਚ ਪ੍ਰਕਾਸ਼ਿਤ ਹੋਈ। ਅਗਰ ਇਹਨਾਂ ਨੂੰ ਦੇਖਿਆ ਜਾਵੇ ਤਾਂ ਪਹਿਲੀ ਜਿਹੜੀ ਕਿਤਾਬ ਹੈ ਬੰਸਾਵਲੀ ਨਾਮਾ ਛਿੱਬੜ
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਤੋਂ ਬਾਅਦ 71 ਸਾਲ ਬਾਅਦ ਛਪਦੀ ਹੈ। ਇਹ ਛਪੀਆਂ ਬਾਅਦ ਚ ਨੇ 20th ਸੈਂਚੁਰੀ ਛਪੀਆਂ ਨੇ, ਇਹ ਹੱਥ ਲਿਖਤ ਦੇ ਤੌਰ ਤੇ ਪਈਆਂ ਰਹੀਆਂ ਪਈਆਂ ਹੈਗੀਆਂ। ਰਹੀਆਂ। ਹਾਂਜੀ, ਇਹਨਾਂ ਵਿੱਚੋਂ ਸਭ ਨਾਲੋਂ ਜ਼ਿਆਦਾ ਜਿਹੜੀ ਹੈ ਮੈਂਸ਼ਨ ਆ ਰਹੀ ਹੈ ਉਹ ਬੰਸਾਵਲੀ ਨਾਮਾ ਦਸਮ ਪਾਤਸ਼ਾਹੀਆਂ ਕਾ ਬਾਈ ਛਿੱਬੜ ਆ ਰਹੀ ਹੈ। ਹਾਂਜੀ, ਔਰ ਮਹਾਨ ਕੋਸ਼ ਪਾਏ ਦੇ ਵਿੱਚ ਭਾਈ ਕਾਹਨ ਸਿੰਘ ਹੋਰਾਂ ਨੇ ਕਿਹਾ ਕਿ ਬਚਿੱਤਰ ਨਾਟਕ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਟ ਇਜ਼ ਜਸਟ ਅ ਡਰਾਮਾ। ਹਾਊ ਅਥੈਂਟਿਕ ਥੀਸ ਪੀਪਲ ਆਰ। ਓਕੇ, ਆਲ ਗੋ ਵਨ ਬਾਈ ਵਨ। ਕੇਸਰ ਸਿੰਘ ਛਿੱਬੜ ਦੀ ਜਿਹੜੀ ਬੁੱਕ ਹੈ ਮੈਂ ਸਾਰੀ ਥੋਰਲੀ ਪੜ੍ਹੀ ਹੈ, ਤੇ ਉਸ ਦਾ ਜਿਹੜਾ ਰਾਈਟਿੰਗ ਸਟਾਈਲ ਹੈ, ਕਿਉਂਕਿ ਜਦੋਂ ਮੈਂ ਕਿਸੇ ਵੀ ਆਥਰ ਨੂੰ ਪੜ੍ਹਦੀ ਹਾਂ ਤੇ ਮੈਂ ਉਸ ਦੀ ਬੈਕਗਰਾਉਂਡ ਜਾਣਨਾ ਚਾਹੁੰਦੀ ਹਾਂ, ਕਿੱਥੇ ਪੈਦਾ ਹੋਇਆ, ਕਿਸ এনवायरमेंट 'ਚ ਐਜੂਕੇਸ਼ਨ ਲਈ, ਕੀ ਕੁਛ ਉਸਨੇ ਪੜ੍ਹਿਆ, ਕਿਸ ਚੀਜ਼ ਤੋਂ ਪ੍ਰਭਾਵਿਤ ਹੋਇਆ, ਇਹ ਸਾਰੀਆਂ ਮੈਂ ਕੋਖਾਂ ਕਰਕੇ ਤੇ ਫਿਰ ਉਸ ਦੀ ਜਿਹੜੀ ਹੈ ਜੋ ਕਹਿ ਰਿਹਾ ਉਹਨੂੰ ਤੋਲਦੀ ਹਾਂ। ਕੇਸਰ ਸਿੰਘ ਛਿੱਬੜ ਦਾ ਜੋ ਹੈ, ਇਹਦੀ ਬੁੱਕ ਨੂੰ ਪੜ੍ਹਦਿਆਂ ਪਤਾ ਚੱਲਦਾ ਹੈ ਕਿ ਬੁੱਕ ਜਿਹੜੀ ਹੈ ਬੰਦਈ ਡੇਰੇ 'ਚ ਜੰਮੂ ਦੇ ਵਿੱਚ ਲਿਖੀ ਗਈ ਹੈ, ਉਦਾਸੀਆਂ ਦਾ ਡੇਰਾ ਹੈ, ਤੇ ਇਸ ਦਾ ਰਾਈਟਿੰਗ ਸਟਾਈਲ ਜਿਹੜਾ ਹੈ ਬੜਾ ਫਰੈਗਮੈਂਟਡ ਜਿਹਾ ਹੈ, ਟੁੱਟਾ ਭੱਜਿਆ ਜਿਹਾ ਕੰਟੈਕਸਟ ਤੁਰਦਾ, ਰਾਈਟ। ਤੇ ਗੱਲ ਜਿਹੜੀ ਇਹ ਦਸਮ ਗ੍ਰੰਥ ਦੀ ਜਾਂ ਜਿਹੜਾ ਗ੍ਰੰਥ ਗੁਰੂ ਗੋਬਿੰਦ ਸਿੰਘ ਦੁਆਰਾ ਲਿਖਿਆ ਜਿਸ ਬਾਰੇ ਗੱਲ ਕਰ ਰਿਹਾ ਹੈ, ਉਸ ਦੇ ਵਿੱਚ ਵੀ ਕੁਐਸਚਨਸ ਬੜੇ ਉੱਠਦੇ ਨੇ। ਪ੍ਰਤਾਪ ਸਰੂਪ ਸਿੰਘ ਪੱਲਾ, ਸਰੂਪ ਦਾਸ ਪੱਲਾ ਦੀ ਜਿਹੜੀ ਹੈ, ਸਰੂਪ ਦਾਸ ਪੱਲਾ ਕੌਣ ਸੀ, ਉਹਦਾ ਜੀਵਨ, ਉਹਦੇ ਬਾਰੇ ਆਥੈਂਟਿਕ ਇਨਫੋਰਮੇਸ਼ਨ ਨਹੀਂ ਮਿਲਦੀ। ਹਾਂਜੀ, ਪਰ ਜਿਹੜਾ ਉਹਨਾਂ ਦਾ ਹੈਗੀ ਹੈ, ਕਿਉਂਕਿ ਮੇਰਾ ਇਸ ਵਿੱਚ ਕੰਸਰਨ ਬਹੁਤ ਇਹੀ ਹੈ ਕਿ ਦਸਮ ਗ੍ਰੰਥ ਜਿਹੜਾ ਹੁਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਨੂੰ ਕਿਹਾ ਜਾ ਰਿਹਾ ਹੈ, ਉਸ ਦੀ ਹਿਸਟਰੀ ਨੂੰ ਟ੍ਰੇਸ ਕਰਨਾ, ਉਹਦੇ ਵਿੱਚ ਵੀ ਉਹਦਾ ਨਾਮ ਨਹੀਂ ਮਿਲਦਾ। ਓਕੇ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ। ਭਾਈ ਸੰਤੋਖ ਸਿੰਘ ਜਿਹੜਾ ਹੈ ਉਸ ਦਾ ਗ੍ਰੰਥ 1843 ਦੇ ਵਿੱਚ ਲਿਖਿਆ ਗਿਆ ਹੈ, ਪਬਲਿਸ਼ ਬਾਅਦ ਚ ਹੋਇਆ। ਤੇ ਭਾਈ ਸੰਤੋਖ ਸਿੰਘ ਜਿਹੜਾ ਉਹ ਗ੍ਰੰਥ ਮੈਂਸ਼ਨ ਕਰ ਰਹੇ ਨੇ ਉਹ ਵਿਦਿਆਧਰ ਹੈ। ਹੁਣ ਮਹਿਮਾ ਪ੍ਰਕਾਸ਼ ਚ ਵਿਦਿਆ ਸਾਗਰ ਹੈ, ਕੇਸਰ ਸਿੰਘ ਛਿੱਬੜ ਸਮੁੰਦ ਸਾਗਰ ਕਹਿ ਰਿਹਾ, ਇੱਥੇ ਵਿਦਿਆਧਰ ਆ ਗਿਆ। ਹਾਂਜੀ, ਦੂਸਰੀ ਚੀਜ਼ ਜਿਹੜੀ ਹੈਗੀ ਹੈ ਬੜੀ ਇੰਟਰਸਟਿੰਗ ਆ ਰਹੀ ਆ, ਉਹ ਇਹਦੇ ਵਿੱਚ ਇਹ ਆ ਰਹੀ ਹੈ ਕਿ ਇਸ ਕਿਤਾਬ ਦੇ 7 ਨਾਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੱਲਦੇ ਪਏ ਨੇ। ਪਹਿਲਾ ਨਾਮ ਸੀ ਬਚਿੱਤਰ ਨਾਟਕ ਗ੍ਰੰਥ, ਉਸ ਤੋਂ ਬਾਅਦ ਬਣਿਆ ਸਮੁੰਦਰ ਸਾਗਰ ਗ੍ਰੰਥ, ਉਸ ਤੋਂ ਬਾਅਦ ਬਣਿਆ ਵਿਦਿਆ ਸਾਗਰ ਗ੍ਰੰਥ, ਉਸ ਤੋਂ ਬਾਅਦ ਬਣਿਆ ਦਸਮ ਗ੍ਰੰਥ, ਉਸ ਤੋਂ ਬਾਅਦ ਬਣਿਆ ਦਸਮ ਪਾਤਸ਼ਾਹ ਕਾ ਗ੍ਰੰਥ, ਉਸ ਤੋਂ ਬਾਅਦ ਸ੍ਰੀ ਦਸਮ ਗ੍ਰੰਥ ਸਾਹਿਬ, ਐਂਡ ਅਲਟੀਮੇਟਲੀ ਜਿਹੜਾ ਸਾਡੇ ਕੋਲ ਆ ਰਿਹਾ ਹੈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ। ਹਾਂਜੀ, ਇਹਨਾਂ ਵਿੱਚ ਜਿਹੜਾ 10ਵੇਂ ਪਾਤਸ਼ਾਹ ਦਾ ਗ੍ਰੰਥ ਦਾ ਤੁਸੀਂ ਨਾਂ ਲਿਆ ਹੈ, ਇਹ ਕਿਉਂਕਿ ਜਦੋਂ ਮੈਨੂੰ ਤਸੱਲੀ ਸਿੱਖ ਲਿਟਰੇਚਰ ਪੜ੍ਹਨ ਦੇ ਨਾਲ ਨਹੀਂ ਹੋਈ ਕਿ ਮੈਨੂੰ ਕੋਈ ਕੰਟੀਨਿਊਅਸ ਇਨਫੋਰਮੇਸ਼ਨ ਨਹੀਂ ਮਿਲਦੀ। ਆਈ ਡੋਂਟ ਸੀ ਅ ਪ੍ਰਿੰਸੀਪਲ ਆਫ ਕੰਟੀਨਿਊਟੀ ਗੋਇੰਗ ਥਰੂ ਆਲ ਦਿਸ, ਰਾਈਟ। ਕਿਧਰੇ ਵਿਦਿਆ ਸਾਗਰ ਹੈ, ਸਮੁੰਦ ਸਾਗਰ ਹੈ, ਵਿਦਿਆਧਰ ਹੈ, ਕੋਈ ਦਸਮ ਗ੍ਰੰਥ ਬਾਰੇ ਗੱਲ ਕਰੀ ਜਾਂ ਬਚਿੱਤਰ ਨਾਟਕ ਬਾਰੇ ਗੱਲ ਕਰੀ ਤਾਂ ਰੈਲੇਵੈਂਟ ਹੋ ਸਕਦੀ ਹੈ। ਤੇ ਫਿਰ ਮੈਂ ਬ੍ਰਿਟਿਸ਼ ਸੋਰਸਿਸ ਪੜ੍ਹੇ, ਇੰਗਲਿਸ਼ ਸੋਰਸਿਸ, ਕਿ ਉਹ ਕੀ ਕਹਿ ਰਹੇ ਨੇ। ਹੁਣ 10ਵੇਂ ਪਾਤਸ਼ਾਹ ਦਾ ਗ੍ਰੰਥ ਜਿਹੜਾ ਹੈ ਉਹ ਸਾਨੂੰ ਉਸ ਵਿੱਚੋਂ ਇਨਫੋਰਮੇਸ਼ਨ ਮਿਲ ਰਹੀ ਹੈ। 1812 ਦੇ ਵਿੱਚ ਬੁੱਕ ਪਬਲਿਸ਼ ਹੋਈ ਹੈ, 1812, ਸਕੈਚ ਆਫ ਦਾ ਸਿਕਸ ਬਾਈ ਜੌਨ ਮੈਲਕਮ, ਤੇ ਉਸ ਦੇ ਵਿੱਚ ਉਹ 10ਵੇਂ ਪਾਤਸ਼ਾਹ ਦਾ ਗ੍ਰੰਥ ਮੈਂਸ਼ਨ ਕਰਦਾ ਹੈ। ਹਾਂਜੀ, ਤੇ ਉਹ ਵੀ ਇਨਫੋਰਮੇਸ਼ਨ ਬੜੀ ਇੰਟਰਸਟਿੰਗ ਹੈ, ਸਿੱਖ ਸਰਕਲਸ ਤੋਂ ਬਾਹਰੋਂ ਕਲੈਕਟ ਹੋ ਰਹੀ ਹੈ। ਤੇ ਉਹ ਜਿਹੜੀ ਇਨਫੋਰਮੇਸ਼ਨ ਲੈ ਰਿਹਾ ਹੈ ਨਿਰਮਲਾ ਸਿੱਖ ਪ੍ਰੀਸਟ ਕੋਲੋਂ ਲੈ ਰਿਹਾ, ਜਿਸ ਦਾ ਬਾਅਦ ਵਿੱਚ ਉਸਦੇ ਜਿਹੜੇ ਬਾਅਦ ਰਾਈਟਰਸ ਹੋਏ ਨੇ, ਬ੍ਰਿਟਿਸ਼ ਰਾਈਟਰਸ, ਉਹਨਾਂ ਨੇ ਆਇਡੈਂਟੀਫਾਈ ਕੀਤਾ ਇੱਕ ਜਗ੍ਹਾ ਤੇ, ਕਹਿੰਦੇ ਕਿ ਉਸ ਦਾ ਨਾਮ ਹੈਗਾ ਆਤਮਾ ਰਾਮ। ਹਾਂਜੀ, ਤੇ ਉਹ ਹਿੰਦੂ ਪ੍ਰੀਸਟ ਲਿਖਦਾ ਹੈ, ਕਦੀ ਸਿੱਖ ਪ੍ਰੀਸਟ ਲਿਖਦਾ ਹੈ, ਤੇ ਆਤਮਾ ਰਾਮ ਉਹਦਾ ਨਾਮ ਜਿਹੜਾ ਆਇਡੈਂਟੀਫਾਈ ਹੁੰਦਾ। ਨਿਰਮਲ ਆਰਡਰ ਹੈ, ਬਨਾਰਸ ਵਿੱਚ ਰੂਟਡ ਹੈ। ਸੋ ਇਨਫੋਰਮੇਸ਼ਨ ਜਿਹੜੀ ਹੈ ਨਾ 10ਵੇਂ ਪਾਤਸ਼ਾਹ ਦਾ ਗ੍ਰੰਥ ਐਗਜ਼ਿਸਟ ਕਰ ਰਿਹਾ ਹੈ, ਉਹ ਬਾਹਰੋਂ ਆ ਰਹੀ ਹੈ। ਜੇ ਕੇਸਰ ਸਿੰਘ ਛਿੱਬੜ ਬਾਰੇ ਕਿਹਾ, ਬੰਦਈਆ ਦਾ ਡੇਰਾ, ਉਦਾਸੀਆਂ ਦਾ, ਸੰਪਰਦਾਇਕ ਅਪਰੋਚ ਵਾਲੇ ਜਿਹੜੇ ਉਹ ਇਨਫੋਰਮ ਕਰ ਰਹੇ ਸਨ। ਸੋ ਮੇਰਾ ਕੁਐਸਚਨ ਜਿਹੜਾ ਹੈ ਕਿ ਅਗਰ ਇਹ ਇੱਕ ਆਥੈਂਟਿਕ ਚੀਜ਼ ਹੈ ਤੇ ਇਹਦੇ ਨਾਂ ਕਿਉਂ ਬਦਲੇ ਜਾ ਰਹੇ? ਇਹੀ ਤਾਂ ਆਥੈਂਟਿਸਿਟੀ ਤੇ ਫਿਰ ਡਾਊਟ ਹੋ ਜਾਂਦਾ ਹੈ, ਕਿਉਂਕਿ ਜਦੋਂ ਮੈਂ ਕਿਉਂਕਿ ਨਾਲ ਦੇਖਦੀ ਰਹੀ ਹਾਂ ਗੁਰੂ ਗ੍ਰੰਥ ਸਾਹਿਬ ਜਿਸ ਦਾ ਨਾਮ ਆਦਿ ਗ੍ਰੰਥ ਹੈ, ਰਾਈਟ। ਹੁਣ ਜਦੋਂ ਉਹਦੇ ਬਾਰੇ ਕੋਈ ਗੱਲ ਕਰ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਜਾਂ ਆਦਿ ਗ੍ਰੰਥ ਕਹਿ ਰਿਹਾ। ਹਾਂਜੀ, ਤੇ ਪਪੂਲਰ ਨੇਮ ਗੁਰੂ ਗ੍ਰੰਥ ਸਾਹਿਬ ਹੈ, ਆਦਿ ਗ੍ਰੰਥ ਉਸ ਦਾ ਟਾਈਟਲ ਹੈ, ਉਹ ਜਾਂ ਉਹ ਮੈਂਸ਼ਨ ਕਰ ਰਿਹਾ। ਉਹਦੇ ਵਿੱਚ ਕੰਟੀਨਿਊਅਸ ਸਾਨੂੰ ਮਿਲਦੀ ਇਨਫੋਰਮੇਸ਼ਨ ਇੱਕ
ਪਰ ਇੱਥੇ ਕੰਟੀਨਿਊਟੀ ਨਹੀਂ ਹੈਗੀ, ਜਿਹਦੇ ਕਰਕੇ ਇਹ ਫਿਰ ਇਹਦੀ ਆਥੈਂਟਿਸਿਟੀ ਜਿਹੜੀ ਹੈ ਡਾਊਟਫੁਲ ਹੋ ਜਾਂਦੀ ਹੈ, ਕੁਐਸਚਨੇਬਲ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਰਾਈਟਰ ਨੇ ਜਾਂ ਜਿਹੜੇ ਪਬਲਿਸ਼ਰ ਨੇ, ਜਿਸ ਤਰ੍ਹਾਂ ਉਹਨਾਂ ਦੀ ਕੀ ਕਹਿੰਦੇ ਆ, if I say something, I do not know ਕਿ from ਬਚਿੱਤਰ ਨਾਟਕ ਗ੍ਰੰਥ ਤੋਂ ਲੈ ਕੇ ਅਲਟੀਮੇਟ ਜਿਹੜਾ ਨਾਮ ਦਾ ਉਹ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਇਜ਼ ਸਮਾਲ। ਇਹ ਮੈਂ ਤੁਹਾਨੂੰ ਹੋਰ ਦੱਸਦੀ ਹਾਂ, ਇਹ ਹੈਗੀ ਹੈ 1988 ਦੀ ਪਬਲੀਕੇਸ਼ਨ, ਤੇ ਇਸ ਦੇ ਵਿੱਚ ਜਿਹੜਾ ਦਸਮ ਹੈ ਉਹ ਟਾਈਟਲ ਮੇਨ ਚੋਂ ਕੱਢ ਕੇ ਉੱਪਰ ਲੈ ਗਏ ਆ। ਉਹ ਲਾਈਟ ਬਲੂ ਕਲਰ ਦਾ, ਲਾਈਟ ਬਲੂ ਕਲਰ ਤੇ ਉੱਪਰ ਵਾਈਟ ਫਲਾਵਰਸ। ਇਹ ਕੀ ਕਰ ਰਹੇ ਨੇ? ਉਹਨੂੰ ਲੁਕਾ ਰਹੇ ਨੇ, ਉਹਨੂੰ ਆਪਣੇ ਚ ਮਿਲਾ ਰਹੇ ਨੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਈਲਾਈਟਡ ਹੈ। ਤੇ ਪਰ ਇਸ ਤੋਂ ਪਹਿਲਾਂ ਜਿਹੜੀ ਇਮੀਡੀਏਟ ਇਸ ਤੋਂ ਪਹਿਲਾਂ ਹੈਗੀ ਆ 1979 ਦੀ ਪਬਲੀਕੇਸ਼ਨ ਇਹਨਾਂ ਪਬਲਿਸ਼ਰਸ ਦੀ, ਉਹਦੇ ਵਿੱਚ ਦਸਮ ਅੰਦਰ ਹੈ, ਸ੍ਰੀ ਉੱਪਰ ਹੈ। So they are manipulating the believers. My question to this is whether you agree or not. Is it not a slow, steady and underhand movement to bring this book to the equality of Guru Granth Sahib? ਹਾਂਜੀ, ਇਹ ਜਦੋਂ ਤੱਕ ਤਾਂ ਤੁਸੀਂ ਪੜੋ ਨਾ ਫਿਰ ਤਾਂ ਤੁਹਾਨੂੰ ਲੱਗਦਾ ਅੰਡਰਹੈਂਡ ਹੈ, ਰਾਈਟ। ਜਦੋਂ ਪੜ੍ਹ ਲੈਂਦੇ ਹੋ ਬੜਾ ਐਵੀਡੈਂਟ ਆ, ਬੜਾ ਇਹਦੇ ਚ ਕੋਈ ਸ਼ੱਕ ਨਹੀਂ ਰਹਿ ਜਾਂਦਾ, ਠੀਕ ਹੈ ਜੀ। ਤੇ ਜਿਹੜੀ ਨਾ ਟੂ ਬ੍ਰਿੰਗ ਦਿਸ ਬੁੱਕ ਐਟ ਪਾਰ ਵਿਦ ਗੁਰੂ ਗ੍ਰੰਥ ਸਾਹਿਬ, ਇਹਦੇ ਬਾਰੇ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ। ਜਿਸ ਤਰ੍ਹਾਂ ਅਸਫੋਟਕ ਕਬੀਰ ਦੀ ਤੁਸੀਂ ਸ਼ੁਰੂ ਚ ਗੱਲ ਕੀਤੀ ਸੀਗੀ, ਤੇ ਉਹਦੇ ਬਾਰੇ ਇੰਟਰਪ੍ਰੀਟੇਸ਼ਨ ਇਹੀ ਪੰਡਿਤ ਗਿਆਨੀ ਨਾਰਾਇਣ ਸਿੰਘ ਦੇ ਨਾਮ ਤੇ ਇਹਨਾਂ ਨੇ ਟੀਕਾ ਛਾਪਿਆ ਹੋਇਆ ਹੈ ਦਸਮ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਦਾ। ਹਾਂਜੀ, ਉਹ ਟੀਕਾ ਜਿਹੜਾ ਛਾਪਿਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਕਮੈਂਟ ਦਿੱਤਾ, ਦੈਟਸ ਵੈਰੀ ਇੰਪੋਰਟੈਂਟ। ਅਸਫੋਟਕ ਬਿਰਦਾ ਕਹਿੰਦੇ ਨੇ ਕਿ ਇਸ ਦਾ ਸਟੇਟਸ ਉਹੀ ਹੈ ਜਿਹੜਾ ਸ਼ਲੋਕ ਵਾਰਾਂ ਤੋਂ ਵਧੇਕ ਦਾ ਸਟੇਟਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਹਾਂਜੀ, ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਗੁਰੂ ਸਾਹਿਬ ਨੇ ਦਿੱਤੇ ਹੈ, ਉਸ ਤੋਂ ਜਿਹੜੇ ਵੱਧ ਕੇ ਉਹਨਾਂ ਨੇ ਬਾਅਦ ਚ ਦਿੱਤੇ। ਇਸ ਤਰ੍ਹਾਂ ਇਹ ਜਿਹੜੀਆਂ ਕੰਪੋਜੀਸ਼ਨਸ ਨੇ, ਇਹ ਜਿਹੜੀਆਂ ਵਿੱਚ ਆ ਗਈਆਂ, ਠੀਕ ਹੈ, ਬਾਹਰ ਵੱਧ ਗਈਆਂ ਤੇ ਇੱਥੇ ਲਿਆ ਕੇ ਰੱਖ ਦਿੱਤੇ, ਅਪੈਂਡਿਕਸ ਬਣ ਗਿਆ, ਅਪੈਂਡਿਕਸ ਬਣ ਗਿਆ। So एक है attempt all the time to compete with Guru Granth Sahib. It is a continuous to bring it over there. Competition है. There is another situation which I want to bring. इस दसम ग्रंथ दियां बीड़ां जेड़ियां ਉਹ ਮੇਰੇ ਹਿਸਾਬ ਦੇ ਮੁਤਾਬਕ 4 ਨੇ, ਜਿਹੜੀਆਂ ਮੈਨੂੰ ਇਨਫੋਰਮੇਸ਼ਨ ਮਿਲੀ ਹੈ। ਪਹਿਲੀ ਬੀੜ ਦਾ ਹੈ ਨਾਂ ਹੈ ਭਾਈ ਮਨੀ ਸਿੰਘ ਬੀੜ, ਦੂਜੀ ਬੀੜ ਹੈ ਮੋਤੀ ਬਾਗ ਪਟਿਆਲੇ ਤੇ ਬੀੜ, ਤੀਸਰੀ ਹੈ ਸੰਗਰੂਰ ਬੀੜ, ਚੌਥੀ ਹੈ ਪਟਨਾ ਜਨਮ ਸਥਾਨ ਬੀੜ। ਹਾਂਜੀ, ਇਹ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਗਿਆਨੀ ਗਿਆਨ ਸਿੰਘ ਸਭ ਤੋਂ ਪਹਿਲਾਂ ਦੇ ਰਹੇ ਨੇ। ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਜਿਹੜਾ ਹੈ ਟੂਵਰਡਸ ਦ ਐਂਡ ਆਫ 19th ਸੈਂਚੁਰੀ ਪਬਲਿਸ਼ ਹੋਇਆ, ਔਰ ਗਿਆਨੀ ਗਿਆਨ ਸਿੰਘ ਹੋਰਾਂ ਨੇ ਕਈ ਸਾਲ ਵੱਖ-ਵੱਖ ਗੁਰਦੁਆਰਿਆਂ 'ਚ ਜਾ ਕੇ ਵੱਖ-ਵੱਖ ਜਿੱਥੇ ਵੀ ਉਹਨਾਂ ਨੂੰ ਕੋਈ ਮੈਨੂਸਕ੍ਰਿਪਟ ਮਿਲਦਾ ਸੀ ਉਹਨੂੰ ਸਟੱਡੀ ਕਰਕੇ ਉਹਨਾਂ ਨੇ ਕਲੈਕਟ ਕੀਤਾ, ਮਟੀਰੀਅਲ ਕਲੈਕਟ ਕੀਤੀ, ਇਨਫੋਰਮੇਸ਼ਨ ਫਿਰ ਪੰਥ ਪ੍ਰਕਾਸ਼ ਲਿਖਿਆ। ਤੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਕਲੈਕਟ ਕੀਤੀ ਉਸ ਦੇ ਮੁਤਾਬਕ ਤਾਂ ਉਦੋਂ 4 ਬੀੜਾਂ ਨੇ। ਹਾਂਜੀ, ਪਰ ਅੱਜ ਹੁਣ 20th ਸੈਂਚੁਰੀ ਦੇ ਆਪਾਂ ਤਾਂ 21st ਸੈਂਚੁਰੀ 'ਚ, ਪਰ 20th ਸੈਂਚੁਰੀ ਦੇ ਐਂਡ ਤੱਕ ਬੀੜਾਂ ਹੋਰ ਵੀ ਕਈ ਮਿਲੀਆਂ ਨੇ। ਲੇਕਿਨ ਸਭ ਨੂੰ ਵੱਡੀ ਗੱਲ ਜਿਹੜੀ ਹੈ ਕਿ ਜਿਹੜੀ ਭਾਈ ਮਨੀ ਸਿੰਘ ਦੀ ਬੀੜ ਹੈ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਓਕੇ, ਉਹ 1818 ਦੇ ਵਿੱਚ ਮੁਲਤਾਨ 'ਚ ਜਾ ਕੇ ਉਜਾਗਰ ਹੁੰਦੀ ਹੈ, ਜਿਸ ਵੇਲੇ ਕਿ ਕੀ ਕਹਿੰਦੇ ਆ ਮੁਲਤਾਨ ਦੇ ਵਿੱਚ ਲੜਾਈ ਹੋਈ ਔਰ ਉਹ ਜਿੱਤਿਆ ਰਵਾਂਦਾਰਾ ਰਣਜੀਤ ਸਿੰਘ ਨੇ। ਇਹ ਸਟੋਰੀ ਜਿਹੜੀ ਹੈ ਗੁਲਾਬ ਸਿੰਘ ਸੇਠੀ ਜਿਹੜੇ ਦਿੱਲੀ 'ਚ ਜਿਨ੍ਹਾਂ ਕੋਲ ਬੁੱਕ ਹੈ ਉਹਨਾਂ ਨੇ ਡਾਕਟਰ ਜੱਗੀ ਨੂੰ ਦੱਸੀ ਹੈ ਕਿ ਇਸ ਹਿਸਟਰੀ ਦਾ, ਇਸ ਬੁੱਕ ਦਾ ਪਿਛੋਕੜ ਇਹ ਹੈਗਾ, ਉਸ ਦੇ ਮੁਤਾਬਕ ਹੈ। ਹੁਣ ਮੈਂ ਜਿਹੜੀਆਂ ਨਾ ਸਾਰੀਆਂ ਬੀੜਾਂ ਦੇ ਬਾਰੇ ਜਦੋਂ ਹਿਸਟਰੀ ਦੇਖਦੀ ਹਾਂ, ਹਿਸਟਰੀ ਇਹਦੀ ਕਦੋਂ ਆ ਰਹੀ ਹੈ 19th ਸੈਂਚੁਰੀ ਦੇ ਵਿੱਚ। ਤੇ ਕਿਉਂਕਿ ਜਿਹੜਾ ਮੈਂ ਸਟੱਡੀਜ਼ ਇਹਦੀਆਂ ਕੀਤੀਆਂ ਹੈਗੀਆਂ, ਸਟੱਡੀਜ਼ ਇਨਵੈਸਟੀਗੇਸ਼ਨ ਕੀਤੀ ਹੈ, ਰਿਸਰਚ ਕੀਤੀ ਹੈ, ਉਸ ਦੇ ਵਿੱਚ ਮੈਂ ਅਖੀਰ ਤੇ ਇੱਕੋ ਸਿੱਟੇ ਤੇ ਪਹੁੰਚਦੀ ਹਾਂ ਕਿ ਇਹ 19th ਸੈਂਚੁਰੀ ਦਾ ਡਾਕੂਮੈਂਟ ਹੈਗਾ। ਅੱਛਾ, ਹਾਂਜੀ, ਤੇ ਸਾਰੀਆਂ ਚੀਜ਼ਾਂ ਉਧਰ ਨੂੰ ਹੀ ਜਾ ਰਹੀਆਂ ਹੈਗੀਆਂ। 19th ਸੈਂਚੁਰੀ ਦੇ ਵਿੱਚ ਸਿੱਖ ਸਰਕਲਸ ਦੇ ਵਿੱਚ ਸਰਕੂਲੇਟ ਹੋ ਰਹੀ ਹੈ ਗੱਲ। ਆਈ ਐਮ ਸਰਪ੍ਰਾਈਜ਼ਡ ਆਫ ਵਨ ਥਿੰਗ, ਜਿਹੜੀ ਬੀੜ ਸੰਗਰੂਰ ਦੀਵਾਨਖਾਨੇ 'ਚ ਪਈ ਹੈ
ਉਹਦੇ ਵਿੱਚ ਲਿਖਿਆ ਗਿਆ ਕਿ it was presented by a Pathan in 1857 to Maharaja Naba, ਭਰਪੂਰ ਸਿੰਘ, ਭਰਪੂਰ ਸਿੰਘ। ਔਰ ਦੂਸਰੀ ਜਿਹੜੀ ਹੈ ਬੀਡ ਮੋਤੀ ਬਾਗ, ਉਹਦੀ ਭਾਈ ਸੁੱਖਾ ਸਿੰਘ, ਉਹਦੇ ਨਾਲ ਜਿਹੜੇ ਨਾਂ ਐਸੋਸੀਏਟਡ ਨੇ, ਭਾਈ ਸੁੱਖਾ ਸਿੰਘ, ਭਾਈ ਚਰਤ ਸਿੰਘ, ਭਾਈ ਹਾਕਮ ਸਿੰਘ, ਐਂਡ ਅਲਟੀਮੇਟਲੀ ਉਹ ਬੀਡ ਬਣ ਜਾਂਦੀ ਹੈ, ਪ੍ਰੈਜ਼ੈਂਟ ਹੋ ਜਾਂਦੀ ਹੈ ਮਹਾਰਾਜਾ ਪਟਿਆਲਾ ਨੂੰ। ਹਾਂਜੀ। ਔਰ ਜਿਹੜੀ ਪਟਨੇ ਵਾਲੀ ਬੀਡ ਹੈ ਉਹਦਾ ਕੋਈ ਆਥਰ ਜਿਹੜਾ ਹੈਗਾ ਉਹਦੀ ਕੋਈ ਨੋ ਹਿਸਟਰੀ ਕਿ ਕਿੱਥੋਂ ਆਈ, ਕੋਈ ਹਿਸਟਰੀ ਨਹੀਂ ਹੈ। ਬਸ ਸੁੱਖਾ ਸਿੰਘ ਜਿਹੜਾ ਗਿਆਨੀ ਗਿਆਨ ਸਿੰਘ ਨੇ ਮੈਂਸ਼ਨ ਕੀਤਾ ਕਿ ਸੁੱਖਾ ਸਿੰਘ ਗ੍ਰੰਥੀ ਨੇ ਗੁਰੂ ਦੀ ਲਿਖਤ ਨਾਲ ਮੈਚ ਕਰਕੇ ਆਪਣਾ ਹੈਂਡ ਰਾਈਟਿੰਗ ਉਹੋ ਜਿਹਾ ਬਣਾ ਕੇ ਤੇ ਬੀੜਾਂ ਕਈ ਰਚੀਆਂ ਨੇ। ਉਹ ਬੀੜਾਂ ਰਚ ਕੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪੈਸੇ ਬੜੇ ਲਏ ਨੇ। ਸੋ ਇਸ ਵਾਸਤੇ ਦੀ ਬੀੜਾਂ ਜਿਹੜੀਆਂ ਹੈਗੀਆਂ ਹਿਸਟੋਰੀਕਲੀ ਜਿਹੜੀਆਂ ਪ੍ਰੂਵ ਹੋ ਰਹੀਆਂ, ਦੇ ਆਰ ਦੀ ਹੋਲ ਸਿਚੁਏਸ਼ਨ ਜਿਹੜੀ ਆ ਉਹ ਵੀ ਕੋਈ ਸਟੱਡੀ ਆਥੈਂਟੀਕੇਟਡ ਪ੍ਰੂਵਡ ਇਨਫੋਰਮੇਸ਼ਨ। ਮੈਂ ਵੈਸੇ ਤੁਹਾਨੂੰ ਥੋੜਾ ਜਿਹਾ ਗੱਲ ਮੈਂ ਕਰਨ ਲੱਗੀ ਹਾਂ ਜਿਹੜੀ ਸੰਗਰੂਰ ਵਾਲੀ ਬੀੜ ਦੀ ਤੁਸੀਂ ਗੱਲ ਕੀਤੀ ਹੈ। ਹਾਂਜੀ, ਜਿਹੜੀ ਇਹਦੀ ਹਿਸਟਰੀ ਪ੍ਰੋਫੈਸਰ ਜੱਗੀ ਨੂੰ ਮਾਸਟਰ ਨੰਦਨ ਸਿੰਘ ਹੋਰਾਂ ਨੇ ਸੁਣਾਈ ਹੈ। ਹੁਣ ਮਾਸਟਰ ਨੰਦਨ ਸਿੰਘ ਹੋਰਾਂ ਦੀ ਫੈਮਿਲੀ ਜਿਹੜੀ ਹੈ, ਉਹਨਾਂ ਦਾ ਦਾਦਾ ਹੈ ਸਾਹਿਬ ਸਿੰਘ ਮਰਗਿੰਦ, ਜਿਨੇ ਉਹ ਮੈਨੂਸਕ੍ਰਿਪਟ ਲਿਖਿਆ ਜਿਹੜਾ ਮੈਂ ਪੜ੍ਹਿਆ ਰਾਣੀ ਰਜਿੰਦਰ ਮਤੀ ਚਰਿੱਤਰ ਰਾਣੀ ਜਿੰਦਾਂ ਬਾਰੇ। ਇਹ ਜਿਹੜੇ ਉਹ ਬਨਾਰਸ ਤੋਂ ਪੜ੍ਹ ਕੇ ਆਇਆ ਹੋਇਆ, 10 ਸਾਲ ਬਨਾਰਸ ਚਲਾਏ ਆ। ਤੇ ਇਹ ਜਿਹੜੇ ਰਾਈਟਰਸ ਨੇ ਨਾ, ਇਹ ਇੱਕ ਤੁਸੀਂ ਦੇਖੋਗੇ ਨਾਵਾਂ ਨੂੰ ਮਰੋੜ ਕੇ ਆਪਣੀ ਵਿਦਵਤਾ ਨੂੰ ਐਕਸਪ੍ਰੈਸ ਕਰਦੇ ਨੇ। ਹਾਂਜੀ, ਜਿੰਦਾਂ ਦਾ ਰਜਿੰਦਰ ਮਤੀ ਵਰਡ ਦਸਮ ਗ੍ਰੰਥ ਦੇ ਵਿੱਚ ਵੀ ਬੜਾ ਲੱਗਾ ਆ। ਹਾਂਜੀ, ਤੇ ਹੁਣ ਮੈਨੂੰ ਇਹ ਕੁਐਸਚਨ ਇਹ ਆਉਂਦਾ ਹੈ ਕਿ ਉਹ ਇੱਕ ਐਜੂਕੇਟਡ ਫੈਮਿਲੀ ਸੀ, ਜਿਹੜੇ ਪੈਨ ਐਂਡ ਬੁੱਕ ਉਹਨਾਂ ਦੇ ਹੱਥ ਵਿੱਚ ਹੈ, ਉਹਨਾਂ ਨੇ ਰਿਕਾਰਡ ਕਿਉਂ ਨਹੀਂ ਕੀਤੀ ਇਵੈਂਟ ਕਿਧਰੇ ਵੀ। ਹਾਂਜੀ, ਸਾਹਿਬ ਮਰਗਿੰਦ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਆ, ਮਾਸਟਰ ਨੰਦਾ ਸਿੰਘ ਹੋਰਾਂ ਨੇ ਕਿਹਾ, ਜਿਹੜਾ ਉਹਨਾਂ ਨੇ ਡੇਟ ਦਿੱਤੀ ਆ, ਉਹ ਸਾਹਿਬ ਮਰਗਿੰਦ ਵਾਜ਼ ਕੋਡ ਪੋਇਟ ਆਫ ਮਹਾਰਾਜਾ ਭਰਪੂਰ ਸਿੰਘ। ਫਿਰ ਉਹਨਾਂ ਨੇ ਹਿਸਟੋਰੀਕਲ ਬੁੱਕਸ ਲਿਖੀਆਂ ਨੇ, ਪਰ ਉਹਨਾਂ ਨੇ ਇਹ ਕਿਉਂ ਨਹੀਂ ਮੈਂਸ਼ਨ ਕੀਤਾ ਕਿ ਇਹ ਬੁੱਕ ਉੱਥੋਂ ਮਿਲੀ ਹੈ। ਉਸ ਵੇਲੇ ਤਾਂ ਇਹਦੀ ਚਰਚਾ ਬਹੁਤ ਹੁੰਦੀ। ਦੀ ਕੁਐਸਚਨ ਐਟ ਦਿਸ ਮੋਮੈਂਟ ਇਜ਼ ਕਿ ਜਿਹੜੀਆਂ ਇਹ ਬੀੜਾਂ ਹਨ ਦੀ ਸੋਰਸ ਕਿੱਥੋਂ ਹੋਈਆਂ, ਕਿਹਨੇ ਲਿਖੀਆਂ, ਕਿਹੜੇ ਵਕਤ ਲਿਖੀਆਂ ਗਈਆਂ, ਕਿਹੜੀ ਜਗ੍ਹਾ ਤੇ ਲਿਖੀਆਂ ਗਈਆਂ, ਔਰ ਉਹ ਜਿਹੜਾ ਹੈਗਾ who wrote them in what year, I don't is there ਕਿਤੇ ਹੈ। ਦੇਖੋ ਜੀ, ਜਿਹੜਾ ਇਹ ਲਿਟਰੇਚਰ ਹੈ ਨਾ, ਜਿਹੜਾ ਦਸਮ ਗ੍ਰੰਥ ਦੇ ਰੂਪ ਵਿੱਚ ਗੁਰਮੁਖੀ ਅੱਖਰਾਂ 'ਚ ਲਿਖ ਕੇ ਸਿੱਖ ਸਰਕਲਸ ਦੇ ਵਿੱਚ ਇੰਟਰੋਡਿਊਸ ਹੋਇਆ ਹੈ, ਇਹ ਜਿਹੜੀ ਲਿਟਰੇਚਰ ਦੀ ਬੈਕਗਰਾਉਂਡ ਹੈ, ਇਹ ਲਿਟਰੇਚਰ ਹਮੇਸ਼ਾ ਇੰਡੀਆ ਦੇ ਵਿੱਚ ਜਿੰਦਾ ਰਿਹਾ ਹੈਗਾ। ਹਾਂਜੀ, ਇਹਦੇ ਤੇ ਪ੍ਰੈਸ਼ਰ ਜੇ ਅਸੀਂ ਕਹੀਏ ਤੇ ਗੁਰੂ ਨਾਨਕ ਦੀ ਆਵਾਜ਼ ਉੱਠਣ ਨਾਲ ਪਿਆ, ਪਰ ਉਹ ਪ੍ਰੈਸ਼ਰ ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੌਲੀ ਹੌਲੀ ਕਿਵੇਂ ਉਤਰਿਆ 19th ਸੈਂਚਰੀ ਦੇ ਵਿੱਚ, ਉਹ ਕਾਫੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ। ਸੋ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਕਿਸੇ ਇੱਕ ਰਾਈਟਰ ਦੀ ਆਪਾਂ ਕੰਪੋਜੀਸ਼ਨ ਨਹੀਂ ਕਹਿ ਸਕਦੇ। ਰੀਜ਼ਨ ਇਹ ਹੈ ਕਿ ਟਾਈਮ ਟੂ ਟਾਈਮ ਜਿਹੜੇ ਸੈਂਟਰਸ ਆਫ ਬ੍ਰਹਮੈਨਿਕਲ ਲਰਨਿੰਗ ਨੇ, ਬਨਾਰਸ, ਵਰਿੰਦਾਵਨ, ਉੱਥੋਂ ਪੋਇਟਸ ਟ੍ਰੇਨਡ ਹੋ ਕੇ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਰਹੇ ਨੇ। ਜੇ ਉਹ ਬੰਗਾਲ 'ਚ ਜਾ ਰਹੇ ਨੇ ਤੇ ਬੰਗਾਲੀ ਸਕ੍ਰਿਪਟ ਯੂਜ਼ ਕਰ ਰਹੇ ਨੇ, ਤੇ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਸੰਸਕ੍ਰਿਤ ਨੂੰ, ਉਹਨਾਂ ਦੀ ਅਟੈਂਪਟ ਹੈ ਸੰਸਕ੍ਰਿਤ ਨੂੰ ਸੌਖਾ ਕਰਕੇ ਲੋਕਾਂ ਤੱਕ ਪਹੁੰਚਾਉਣਾ। ਲਿਟਰੇਚਰ ਤਾਂ ਓਰੀਜਨਲੀ ਸੰਸਕ੍ਰਿਤ ਦਾ, ਉਹ ਜਦੋਂ ਕਰਦੇ ਨੇ ਤੇ ਉਹ ਇੱਕ ਲੈਂਗੁਏਜ ਆਪਣੀ ਕਿਸਮ ਦੀ ਤਿਆਰ ਹੋ ਜਾਂਦੀ ਆ। ਹਾਂਜੀ, ਉਹ ਬ੍ਰਜ ਲਿਟਰੇਚਰ ਇਹਨਾਂ ਨੇ ਦਿਸ ਬੰਗਾਲੀ ਸਕ੍ਰਿਪਟ ਵਿੱਚ ਵੀ ਲਿਖਿਆ। ਗੁਜਰਾਤ 'ਚ ਜਾਂਦੇ ਨੇ ਤੇ ਉਸ ਤਰ੍ਹਾਂ ਕਰਦੇ। ਹੁਣ ਪੰਜਾਬ 'ਚ ਆਏ ਤਾਂ ਉਹਨਾਂ ਨੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ, ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਕੋਲ ਜਿਹੜਾ ਲਿਟਰੇਚਰ ਹੈ ਉਹ ਸਾਰੇ ਲੋਕਾਂ ਤੱਕ ਪਹੁੰਚ ਜਾਏ, ਤੇ ਜਿਹੜੀ ਆਵਾਜ਼ ਵੀ ਉਹਨਾਂ ਦੇ ਅਗੇਂਸਟ ਉੱਠਦੀ ਰਹੀ ਹੈ ਉਹਨੂੰ ਇਸ ਤਰੀਕੇ ਨਾਲ ਇਹ ਕੰਜ਼ਿਊਮ ਕਰਦੇ ਰਹੇ ਹੈਗੇ ਨੇ। ਗ੍ਰੰਥ ਦੇ ਰੂਪ ਵਿੱਚ ਗੁਰਮੁਖੀ ਅੱਖਰਾਂ 'ਚ ਲਿਖ ਕੇ ਸਿੱਖ ਸਰਕਲਸ ਦੇ ਵਿੱਚ ਇੰਟਰੋਡਿਊਸ ਹੋਇਆ ਹੈ, ਇਹ ਜਿਹੜੀ ਲਿਟਰੇਚਰ ਦੀ ਬੈਕਗਰਾਉਂਡ ਹੈ, ਇਹ ਲਿਟਰੇਚਰ ਹਮੇਸ਼ਾ ਇੰਡੀਆ ਦੇ ਵਿੱਚ ਜਿੰਦਾ ਰਿਹਾ ਹੈਗਾ। ਹਾਂਜੀ, ਇਹਦੇ ਤੇ ਪ੍ਰੈਸ਼ਰ ਜੇ ਅਸੀਂ ਕਹੀਏ ਤੇ ਗੁਰੂ ਨਾਨਕ ਦੀ ਆਵਾਜ਼ ਉੱਠਣ ਨਾਲ ਪਿਆ, ਪਰ ਉਹ ਪ੍ਰੈਸ਼ਰ ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੌਲੀ ਹੌਲੀ ਕਿਵੇਂ ਉਤਰਿਆ 19th ਸੈਂਚਰੀ ਦੇ ਵਿੱਚ, ਉਹ ਕਾਫੀ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ। ਸੋ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਕਿਸੇ ਇੱਕ ਰਾਈਟਰ ਦੀ ਆਪਾਂ ਕੰਪੋਜੀਸ਼ਨ ਨਹੀਂ ਕਹਿ ਸਕਦੇ। ਰੀਜ਼ਨ ਇਹ ਹੈ ਕਿ ਟਾਈਮ ਟੂ ਟਾਈਮ ਜਿਹੜੇ ਸੈਂਟਰਸ ਆਫ ਬ੍ਰਹਮੈਨਿਕਲ ਲਰਨਿੰਗ ਨੇ, ਬਨਾਰਸ, ਵਰਿੰਦਾਵਨ, ਉੱਥੋਂ ਪੋਇਟਸ ਟ੍ਰੇਨਡ ਹੋ ਕੇ
ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਰਹੇ ਨੇ। ਜੇ ਉਹ ਬੰਗਾਲ 'ਚ ਜਾ ਰਹੇ ਨੇ ਤੇ ਬੰਗਾਲੀ ਸਕ੍ਰਿਪਟ ਯੂਜ਼ ਕਰ ਰਹੇ ਨੇ ਤੇ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਸੰਸਕ੍ਰਿਤ ਨੂੰ, ਉਹਨਾਂ ਦੀ ਅਟੈਂਪਟ ਹੈ ਸੰਸਕ੍ਰਿਤ ਨੂੰ ਸੌਖਾ ਕਰਕੇ ਲੋਕਾਂ ਤੱਕ ਪਹੁੰਚਾਉਣਾ। ਲਿਟਰੇਚਰ ਤਾਂ ਓਰੀਜਨਲੀ ਸੰਸਕ੍ਰਿਤ ਦਾ, ਉਹ ਜਦੋਂ ਕਰਦੇ ਨੇ ਤੇ ਉਹ ਇੱਕ ਲੈਂਗੁਏਜ ਆਪਣੇ ਕਿਸਮ ਦੀ ਤਿਆਰ ਹੋ ਜਾਂਦੀ ਆ। ਹਾਂਜੀ, ਉਹ ਬ੍ਰਜ ਲਿਟਰੇਚਰ ਇਹਨਾਂ ਨੇ ਦਿਸ ਬੰਗਾਲੀ ਸਕ੍ਰਿਪਟ ਵਿੱਚ ਵੀ ਲਿਖਿਆ। ਗੁਜਰਾਤ 'ਚ ਜਾਂਦੇ ਨੇ ਤੇ ਉਸ ਤਰ੍ਹਾਂ ਕਰਦੇ। ਹੁਣ ਪੰਜਾਬ 'ਚ ਆਏ ਤਾਂ ਉਹਨਾਂ ਨੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ, ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਕੋਲ ਜਿਹੜਾ ਲਿਟਰੇਚਰ ਹੈ ਉਹ ਸਾਰੇ ਲੋਕਾਂ ਤੱਕ ਪਹੁੰਚ ਜਾਏ ਤੇ ਜਿਹੜੀ ਆਵਾਜ਼ ਵੀ ਉਹਨਾਂ ਦੇ ਅਗੇਂਸਟ ਉੱਠਦੀ ਰਹੀ ਹੈ ਉਹਨੂੰ ਇਸ ਤਰੀਕੇ ਨਾਲ ਇਹ ਕੰਜ਼ਿਊਮ ਕਰਦੇ ਰਹੇ ਹੈਗੇ ਨੇ। Okay, let me come to the contents of this book. ਮੇਰੇ ਖਿਆਲ ਦੇ ਮੁਤਾਬਕ ਜਿੰਨਾ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਜਿੱਥੇ ਮੈਂ ਕੱਟ ਸਕਿਆ, ਕੰਟੈਕਟ ਹੈਗੇ ਨੇ। ਬਾਈ ਦਾ ਵੇ, ਛਿੱਬੜ ਜਿਹੜਾ ਹੈ ਕੇਸਰ ਸਿੰਘ ਛਿੱਬੜ, ਤੁਸੀਂ ਮੈਨੂੰ ਦੱਸਿਆ ਸੀ ਕਿ there is no background। ਕੇਸਰ ਸਿੰਘ ਛਿੱਬੜ ਦੀ ਜਿਹੜੀ ਹੈ ਪ੍ਰੋਫੈਸਰ ਪਦਮ ਨੇ ਇਹਦੀ ਬੁੱਕ ਐਡਿਟ ਕੀਤੀ ਹੈਗੀ ਆ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ। ਉਹਦੇ ਵਿੱਚ ਤਾਂ ਉਹਦੀ ਬੈਕਗਰਾਉਂਡ ਦਿੰਦੇ ਨੇ, ਗੁਰਬਖਸ਼ ਸਿੰਘ ਦਾ ਬੇਟਾ ਬਣਾਉਂਦੇ ਨੇ। ਪਰ ਜਿਹੜਾ ਸੋਰਸ ਦੀ ਬੁੱਕ ਦਾ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੈ, ਜਿਹੜਾ ਵੀ ਇਹਦਾ ਰਾਈਟਰ ਉਹ ਕਹਿ ਰਿਹਾ ਹੈਗਾ, ਉਹ ਹੈਗਾ ਆ ਪਾਂਡੇ ਵਈਆਂ ਗੋਬਿੰਦ ਰਾਮ ਛਿੱਬੜ ਹਰਿਦੁਆਰ ਦੇ ਵਿੱਚ ਬ੍ਰਾਹਮਣ ਹੈ, ਉਹਦੀ ਪਾਂਡੇ ਵਈਆਂ ਤੋਂ ਲਿਆ ਗਿਆ ਆ। I see। ਹਾਂਜੀ, ਤੇ ਫਿਰ ਦੂਸਰੇ ਪਾਸੇ ਕਨਫਿਊਜ਼ਨਸ ਹੋਰ ਵੀ ਹੈਗੀਆਂ ਕਿ ਇੱਕ ਪਾਸੇ ਤਾਂ ਕੇਸਰ ਸਿੰਘ ਛਿੱਬੜ ਨੂੰ ਪਲੇਸ ਕੀਤਾ ਗਿਆ ਆ 18th ਸੈਂਚੁਰੀ ਦੇ ਵਿੱਚ, ਦੂਸਰੇ ਪਾਸੇ ਇੱਕ ਹੋਰ ਕੰਪੋਜੀਸ਼ਨ ਹੈ ਜਿਹੜਾ ਕਿ ਭਾਈ ਵੀਰ ਸਿੰਘ ਹੋਰਾਂ ਨੇ ਆਪਣੇ ਫਾਦਰ ਡਾਕਟਰ ਚਰਨ ਸਿੰਘ ਸ਼ਹੀਦ ਦੇ ਨਾਮ ਤੇ ਪਬਲਿਸ਼ ਕੀਤੀ ਹੈ 1912 ਦੇ ਵਿੱਚ, ਕੇਸਰੀ ਚਰਖਾ। ਉਹ ਪ੍ਰੋਫੈਸਰ ਪਦਮ ਕਹਿੰਦੇ ਨੇ ਕਿ ਉਹ ਕੇਸਰੀ ਚਰਖਾ ਚਰਨ ਸਿੰਘ ਸ਼ਹੀਦ ਨੇ ਨਹੀਂ ਲਿਖਿਆ, ਕੇਸਰ ਸਿੰਘ ਛਿੱਬੜ ਨੇ ਲਿਖਿਆ। ਪਰ ਇਹਦਾ ਸੋਰਸ ਆਫ ਇਨਫੋਰਮੇਸ਼ਨ ਸਾਨੂੰ ਕੋਈ ਨਹੀਂ ਹੈ। If I say ਕਿ ਜੋ ਰਚਨਾਵਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀਆਂ ਸੀਗੀਆਂ, ਉਹ mostly, I don't know what percent of those information, ਕਿ ਜਾਂ ਤੇ ਉਹ ਜਿਸ ਵੇਲੇ ਉਹ ਪਾਰ ਹੋਏ ਸਰਸਾ ਨਦੀ ਦੇ ਵਿੱਚ ਰੁੜ ਗਈਆਂ ਜਾਂ ਨਹੀਂ ਸੰਭਾਲੀਆਂ ਜਾ ਸਕੀਆਂ। ਹਿਸਟਰੀ ਕੀ ਕਹਿੰਦੀ? ਜੋ ਮੈਂ ਦੇਖੋ ਜੀ ਸਿੱਖ ਲਿਟਰੇਚਰ ਦੇ ਵਿੱਚੋਂ ਵੀ, ਬ੍ਰਿਟਿਸ਼ ਸੋਰਸਿਸ ਦੇ ਵਿੱਚੋਂ ਵੀ ਇਸ ਚੀਜ਼ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਕਿ ਵਾਟ ਐਗਜ਼ੈਕਟਲੀ ਹੈਪਨਡ ਐਟ ਅਨੰਦਪੁਰ, ਰਾਈਟ, ਦੈਟਸ ਦ ਮੇਨ ਪੁਆਇੰਟ। ਅਨੰਦਪੁਰ ਦੇ ਵਿੱਚ ਗੁਰੂ ਸਾਹਿਬ ਦਾ ਜੋ ਲਿਟਰੇਚਰ ਹੈ ਉਹ ਦੂਸਰੇ ਪਾਸੇ ਦੇ ਹੱਥ ਆ ਗਿਆ। ਗੁਰੂ ਸਾਹਿਬ ਦਾ ਲਿਟਰੇਚਰ ਉੱਥੇ ਡਿਸਟਰੋਏ ਹੋ ਗਿਆ, ਚਾਹੇ ਤਾਂ ਅਨੰਦਪੁਰ ਦੇ ਵਿੱਚ ਹੀ ਉਹਨਾਂ ਦੇ ਹੱਥ ਆ ਗਿਆ, ਚਾਹੇ ਉਹ ਸਰਸਾ ਰਿਵਰ ਕ੍ਰਾਸ ਕਰਨ ਲੱਗਿਆ ਨਸ਼ਟ ਹੋ ਗਿਆ। ਪਰ ਅਰਲੀ 19th ਸੈਂਚੁਰੀ ਤੱਕ ਜਿਹੜਾ ਸਿੱਖ ਹੈ, ਸਿੱਖ ਜਗਤ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਲਿਟਰੇਚਰ ਜਿਹੜਾ ਹੈ ਡਿਸਟਰੋਏ ਹੋ ਗਿਆ, ਸਿੱਖਾਂ ਦੇ ਹੱਥ ਵਿੱਚ ਨਹੀਂ ਸੀ। Now I want to come to content। ਮੇਰੇ ਖਿਆਲ ਦੇ ਜੋ ਕੁਝ ਇਨਫੋਰਮੇਸ਼ਨ ਮੇਰੀ ਹੈ ਉਹਦੇ ਕੰਟੈਂਟ ਹੈਗੇ ਨੇ ਜਾਪ। ਹਾਂਜੀ, ਇਹ ਸਭ ਤੋਂ ਪਹਿਲਾਂ ਅਕਾਲ ਉਸਤਤ। ਹਾਂਜੀ, ਇਹ ਕੰਪੋਜੀਸ਼ਨ ਜਿਹੜੀ ਹੈ ਅਕਾਲ ਉਸਤਤ ਛਪੀ ਹੋਈ ਬੀੜ ਜਿਹੜੀ ਹੈ 1897 ਵਿੱਚ ਛਪੀ ਹੈ ਪਹਿਲੀ ਵਾਰੀ, ਮਤਲਬ ਤਿਆਰ ਹੋਈ ਹੈ, ਛਪੀ 1902 ਚ ਹੈ। ਤੇ ਉਸ ਦੇ ਵਿੱਚ ਅਕਾਲ ਉਸਤਤ ਦਾ ਜਿਹੜਾ ਹੈਡਿੰਗ ਹੈ ਕੰਪੋਜੀਸ਼ਨ ਦਾ ਉਹ ਇੰਡੀਕੇਟ ਨਹੀਂ ਕਰਦਾ, ਪੁਰਾਣੀ ਬੀੜ ਦੇ ਵਿੱਚ ਹੈਗਾ। ਪਰ ਅਨਫੋਰਚੂਨੇਟਲੀ ਇਹਨਾਂ ਨੇ ਸੁਧਾਰਕ ਕਮੇਟੀ ਨੇ 1897 ਵਿੱਚ ਪੁਰਾਣੀਆਂ ਬੀੜਾਂ ਨੂੰ ਕੰਸਲਟ ਨਹੀਂ ਕੀਤਾ। ਬਚਿੱਤਰ ਨਾਟਕ, ਚੰਡੀ ਚਰਿੱਤਰ, ਗਿਆਨ ਪ੍ਰਬੋਧ, 26 ਅਵਤਾਰ, 24 ਅਵਤਾਰ, I'm sorry, 24 ਅਵਤਾਰ, ਸ਼ਬਦ ਹਜ਼ਾਰੇ, ਸਵਈਏ, ਖਾਲਸਾ ਮਹਿਮਾ, ਸ਼ਸਤਰਨਾਮਾ, ਸ਼ਸਤਰਨਾਮ ਮਾਲਾ, ਚਰਿੱਤਰੋਪਾਖਿਆਨ, ਜ਼ਫਰਨਾਮਾ, ਹਕਾਇਆ। ਹਾਂਜੀ, ਹੁਣ ਜਿਹੜਾ ਹਾਂਜੀ ਕੁਐਸਚਨ, before I ask you the question, ਬਚਿੱਤਰ ਨਾਟਕ ਦੇ ਵਿੱਚ I want to talk to you, which you have brought into the situation. हम एक काज जगत में आए, धर्म हेत हम हेत गुरदेव पठाए, जहाँ तहाँ तुम धर्म बिथारो, दुष्ट दोखियन पकड़ पछारो, याही काज धरा हम जन्म, समझ ले ओ साधु सब जन मन मन, धर्म चलावन संत उबारन, दुष्ट सबन को मूल उपार। You have mentioned that you have found a similar composition in Bhagavad Gita. ਹਾਂਜੀ,
ਗੀਤਾ ਦੇ ਵਿੱਚ ਇਹ ਮੈਂ ਗੀਤਾ ਦੇ ਵਿੱਚੋਂ ਵੀ ਪੈਸੇਜ ਆਪਣੇ ਪੇਪਰ ਦੇ ਵਿੱਚ ਲਿਆ ਹੈ You have got it. ਜਹਾਂ ਜਹਾਂ ਧਰਮਸਯ ਭਾਰਤ I can't understand. Read Sanskrit. ਓਕੇ ਉਹ ਸੰਸਕ੍ਰਿਤ ਦੇ ਵਿੱਚ ਹੈਗਾ ਤੇ ਇਹਦੀ ਵੀ ਜਿਹੜੀ ਇੰਡੀਕੇਸ਼ਨ ਹੈ ਮੈਨੂੰ ਹਿੰਦੂਤਵਾਦੀ ਬੁੱਕ ਦੇ ਵਿੱਚੋਂ ਮਿਲੀ ਹੈਗੀ ਹੈ I see. ਹਾਂਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਤਲਬ ਆ ਇਧਰੋਂ ਜਾ ਰਿਹਾ ਹੈਗਾ ਠੀਕ ਹੈ ਉਹ ਤੋਂ ਸਾਨੂੰ ਮੈਨੂੰ ਇੰਡੀਕੇਸ਼ਨ ਮਿਲੀ ਹੈ ਸੋ ਦੈਟ ਵਾਸ ਕੁਆਇਟ ਇੰਟਰਸਟਿੰਗ ਕਿਉਂਕਿ ਇੱਕ ਪਾਸੇ ਤਾਂ ਉਹਨੂੰ ਅਸੀਂ ਆਟੋਬਾਇਓਗ੍ਰਾਫੀ ਸਮਝ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੂਸਰੇ ਪਾਸੇ ਉਹ ਗੀਤਾ ਚੋਂ ਟਰਾਂਸਲੇਟ ਕਰਕੇ ਆਪਣੀ ਆਟੋਬਾਇਓਗ੍ਰਾਫੀ ਕਿਉਂ ਲਿਖਣਗੇ ਕਿਉਂਕਿ ਉਹਨਾਂ ਦੀ ਆਟੋਬਾਇਓਗ੍ਰਾਫੀ ਬੜੀ ਇੰਪੋਰਟੈਂਟ ਹੋਣੀ ਚਾਹੀਦੀ ਸੀ ਉਹਨਾਂ ਦੇ ਦੇਖੋ ਜੀ ਪਿੱਛੇ ਹਰਮੰਦਰ ਨੂੰ ਛੱਡ ਕੇ ਗੁਰੂ ਸਾਹਿਬ ਚਲੇ ਗਏ ਕੀਰਤਪੁਰ ਆਨੰਦਪੁਰ ਰਾਈਟ ਕਿਸ ਸਿਚੁਏਸ਼ਨ 'ਚ ਛੱਡਿਆ ਗਿਆ ਕੀ ਕੁਝ ਹੋਇਆ ਗੁਰੂ ਤੇਗ ਬਹਾਦਰ ਹਰਮੰਦਰ ਸਾਹਿਬ 'ਚ ਗਏ ਉਹਨਾਂ ਨੂੰ ਪਤਾ ਲੱਗਦਾ ਕਿ ਵੜਨ ਨਹੀਂ ਦਿੱਤਾ ਗਿਆ ਕੌਣ ਸੀ ਕਿਉਂ ਨਹੀਂ ਵੜਨ ਦਿੱਤਾ ਗਿਆ ਬਾਅਦ ਵਿੱਚ ਭਾਈ ਮਨੀ ਸਿੰਘ ਅਸੀਂ ਦੇਖਦੇ ਆ ਗਏ ਆ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਉਹਨਾਂ ਨੂੰ ਕਿੰਨੇ ਅਪਾਇੰਟ ਕੀਤਾ ਕਿਸ ਤਰ੍ਹਾਂ ਸਾਰਾ ਇਹ ਹਿਸਟਰੀ ਜਿਹੜੀ ਉਸ ਟਾਈਮ ਦੀ ਬੜੀ ਹਨੇਰੇ 'ਚ ਹੈ I have got few questions for you. First off, there are 1428 pages plus that. ਅਸਫੋਟਕ ਕਵਿਤਾ Is the language contemporary language of the period of Guru Gobind Singh? ਜਿਹੜੇ period 'ਚ ਗੁਰੂ ਗੋਬਿੰਦ ਸਿੰਘ ਜੀ ਸਨ ਇਹ ਉਸ ਪੀਰੀਅਡ ਦੀ ਲੈਂਗੁਏਜ ਹੈ ਜਾਂ ਉਸ ਤੋਂ ਪਹਿਲਾਂ ਦੀ ਹੈ ਜਾਂ ਪਿੱਛੋਂ ਦੀ ਨਹੀਂ ਨਾ ਤਾਂ ਉਸ ਤੋਂ ਪਹਿਲਾਂ ਦੀ ਹੈ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਕੰਟੈਂਪਰੇਰੀ ਹੈਗੀ ਹੈ ਇਹ ਲੈਂਗੁਏਜ ਜਿਹੜੀ ਹੈ ਅਸੀਂ ਜਦੋਂ ਪੰਜਾਬ ਦੇ ਵਿੱਚ ਲਿਟਰੇਚਰ ਦੇਖਦੇ ਹਾਂ 19th ਸੈਂਚੁਰੀ ਦੇ ਵਿੱਚ ਬਨਾਰਸ ਤੋਂ ਐਜੂਕੇਟਡ ਜਿਨ੍ਹਾਂ ਦੇ ਵਿੱਚੋਂ ਨਿਰਮਲਾਸ ਅਸੀਂ ਕਹਿ ਰਹੇ ਹਾਂ ਕਿ ਦੇ ਆਰ ਟੇਕਿੰਗ ਦਾ ਲੀਡ ਉਹ ਉਦਾਸੀਜ਼ ਵੀ ਹੈਗੇ ਆ ਬਟ ਦੇ ਆਰ ਟੇਕਿੰਗ ਦਾ ਲੀਡ ਵਰਿੰਦਾਵਨ ਜਾਂ ਹੋਰ ਸੈਂਟਰਸ ਆਫ ਉਹਨਾਂ ਦੀ ਲੈਂਗੁਏਜ ਹੈ ਹਾਂਜੀ ਉਹ ਆ ਰਹੇ ਨੇ ਗੁਰਮੁਖੀ ਉਹਨਾਂ ਸਿੱਖ ਲਈ ਆ ਲੈਂਗੁਏਜ ਉਹ ਆਪਣੀ ਗੁਰਮੁਖੀ ਚ ਲਿਖ ਕੇ ਦੇ ਰਹੇ ਨੇ ਹਾਂਜੀ ਨੰਬਰ ਦੂਸਰਾ ਕੁਐਸਚਨ ਮੇਰਾ ਇਹ ਹੈ ਕਿ ਇਸ ਹਰ ਕਿਤਾਬ ਜਿਹੜੀ ਹੈ ਜਿਹੜਾ ਹਰ ਲਿਖਾਰੀ ਹੈ ਉਹਦਾ ਕੋਈ ਥੀਮ ਹੁੰਦਾ ਸ਼ੁਰੂ ਤੋਂ ਲੈ ਕੇ ਉਸ ਥੀਮ ਤੇ ਉਹ ਕਿਤਾਬ ਚੱਲਦੀ ਹੈ ਅਖੀਰ ਤੱਕ ਉਸ ਕਿਤਾਬ ਦੇ ਵਿੱਚ ਉਹੀ ਥੀਮ ਹੈ Is there a single theme in this book? ਦੇਖੋ ਜੀ ਜਿਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਤੇ ਉਹਦੇ ਚ ਵੀ ਅੰਡਰਲਾਈਨ ਥ੍ਰੈਡ ਜਿਹੜੇ ਨੇ ਨਾਲ ਨਾਲ ਚੱਲਦੇ ਨੇ ਬਿਲਕੁਲ ਜਿਸ ਤਰ੍ਹਾਂ ਕਹੀਏ ਕਿ ਜੈਸਾ ਸੇਵੇ ਤੈਸਾ ਹੋਵੇ ਜਿਹਾ ਜਾਣੇ ਤਿਹਾ ਵਰਤੇ ਜਿਹੀ ਸੁਰਤ ਤਿਹੀ ਰਾਜਾਏ ਇੱਥੇ ਜਿਹੜਾ ਹੈ ਥੀਮ ਉਹ ਹੈ ਸੰਤ ਉਭਾਰਨ ਦੁਸ਼ਟ ਉਖਾਰਨ ਹਾਂਜੀ ਦੁਸ਼ਟਾਂ ਨੂੰ ਮਾਰਨਾ ਸੰਤਾਂ ਨੂੰ ਉਭਾਰਨਾ ਉੱਪਰ ਨੂੰ ਉਹਨਾਂ ਨੂੰ ਲਿਆਉਣਾ ਇਹ ਜਿਹੜਾ ਥੀਮ ਹੈ ਪਰ ਇਸ ਥੀਮ ਦੇ ਨਾਲ ਨਾਲ ਜਿਹੜੇ ਹੋਰ ਕੰਟੈਂਟਸ ਨੇ ਇਹ ਹਾਈਲੀ ਐਂਟੀ ਫੈਮਿਨਿਸਟ ਹੈ ਔਰਤਾਂ ਦੇ ਲਈ I'm going to come to that point to in ਬੜੀ abusive language use more elaborate way. The question is my question ਹੈ ਮੇਰਾ ਕਹਿਣ ਦਾ ਮਤਲਬ ਜਿਹੜਾ ਮੇਰਾ ਸਵਾਲ ਹੈ ਉਹ ਇਹ ਹੈ ਕਿ ਅਗਰ ਅਸੀਂ ਕੋਈ ਧਾਰਮਿਕ ਗ੍ਰੰਥ ਲਈਏ ਔਰ ਉਸ ਧਾਰਮਿਕ ਗ੍ਰੰਥ ਦਾ ਕੋਈ ਵਿਸ਼ੇ ਹੈ ਕੋਈ ਥੀਮ ਹੈ ਔਰ ਕੀ ਕਹਿੰਦੇ ਆ ਫॉर एग्जांपल let us take Ramayana. This is Ramayana is written about about Ram and his ਉਹਨਾਂ ਦੀ ਜਿਹੜੀ ਹੈਗੀ ਆ power of evil that's there. But here I have found over here ਕਿ ਤੁਸੀਂ ਦੇਖੋ ਕਿ ਇਸ ਕਿਤਾਬ ਦੇ ਵਿੱਚ ਜਾਪ ਜ਼ਫਰਨਾਮਾ ਹਾਂਜੀ ਮੈਂ ਥੋੜਾ ਪੁਆਇੰਟ ਚੰਡੀ ਚਰਿੱਤਰ ਹਾਂਜੀ ਚਰਿਤੋ ਪ੍ਰਖਿਆ ਚਰਿਤਰੋਪਾਖਿਆ ਵੇਅਰ ਵੀ ਆਰ ਗੋਇੰਗ ਇਨਟੂ ਦਿਸ ਇਹ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂ ਚ ਦੱਸਿਆ ਸੀ ਵੀ ਇਟਸ ਅ ਕਲੈਕਸ਼ਨ ਆਫ ਡਿਫਰੈਂਟ ਕੰਪੋਜੀਸ਼ਨਸ ਹਾਂਜੀ ਜਿਹੜੇ ਉਹ ਮੈਂ ਤੁਹਾਡਾ ਕੀਤਾ ਸੀ ਨਾ ਥੀਮ ਦੀ ਗੱਲ ਉਹ ਥੀਮ ਸਾਨੂੰ 19th ਸੈਂਚੁਰੀ ਦਾ ਜਿਹੜਾ ਲਿਟਰੇਚਰ ਨਿਰਮਲਾਸ ਦੇ ਵਿੱਚ ਹੈ ਉਹਨਾਂ ਨੇ ਵੀ ਉਹਦੇ ਵਿੱਚ ਵੀ ਮਿਲਦਾ ਹੈ ਹਾਂਜੀ ਇਹਨਾਂ ਨੇ ਆ ਕੇ ਕਈ ਕਿਤਾਬਾਂ ਆਪਣੇ ਆਪ ਵੀ ਲਿਖੀਆਂ ਨੇ ਜਿਹੜੀਆਂ ਪਹਿਲੀਆਂ ਐਗਜ਼ਿਸਟ ਕਰ ਰਹੀਆਂ ਸੀ ਸੋ ਇਹਦੇ ਵਿੱਚ ਜਿਹੜਾ ਦਸਮ ਗ੍ਰੰਥ ਵਿੱਚ ਹੈ ਇਹ ਡਿਫਰੈਂਟ ਕੰਪੋਜੀਸ਼ਨਸ ਨੇ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਸਾਰ ਗੱਲ ਚੱਲ ਰਹੀ ਹੈ ਨਹੀਂ ਹੁਣ ਜਿਸ ਤਰ੍ਹਾਂ ਬਚਿੱਤਰ ਨਾਟਕ ਹੀ ਲੈ ਲਓ ਈਵਨ ਇੱਥੋਂ ਤੱਕ ਇੱਕ ਗ੍ਰੰਥ ਦੇ ਵਿੱਚ ਦੂਜਾ ਗ੍ਰੰਥ ਚੜਾਇਆ ਹੋਇਆ ਅੱਛਾ ਉਹ ਬੰਦ ਹੋ ਜਾਂਦਾ ਦੂਸਰਾ ਫਿਰ ਸ਼ੁਰੂ ਹੋ ਜਾਂਦਾ ਪਹਿਲਾ ਜਿਸ ਤਰ੍ਹਾਂ ਬਚਿੱਤਰ ਨਾਟਕ ਹੈ ਬਚਿੱਤਰ ਨਾਟਕ ਸ਼ੁਰੂ ਹੋ ਗਿਆ ਉੱਥੇ ਕਹਿੰਦੇ ਜੀ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਵਿੱਚ ਆ ਗਿਆ ਚੰਡੀ ਚਰਿਤਰੋਕਤ ਬਿਲਾਸ ਹਾਂਜੀ ਮੋٹے ਮੋٹے ਅੱਖਰਾਂ 'ਚ ਹਾਈਲਾਈਟ ਕਰਕੇ ਲਿਖਿਆ ਹੁਣ ਉਹ ਚੰਡੀ ਚਰਿਤਰੋਕਤ ਬਿਲਾਸ ਜਿਹੜਾ 10-15 ਪੇਜ ਦੀ ਜਿਹੜੀ ਕੰਪੋਜੀਸ਼ਨ ਹੈ 15-20 ਦੀ ਹੋਏਗੀ ਮੇਰਾ ਖਿਆਲ ਐਗਜ਼ੈਕਟ ਪੇਜ ਨੰਬਰ ਨਹੀਂ ਯਾਦ ਪਰ ਉਹ ਬੁੱਧ ਕਵੀਸ਼ਵਰ ਦੀ ਲਿਖੀ ਹੋਈ ਹੈ so it comes it has in between inserted in between
ਉੱਥੇ ਬਚਿੱਤਰ ਨਾਟਕ ਦਾ ਨਾਂ ਨਹੀਂ ਆਉਂਦਾ। ਹਾਂਜੀ, ਉਹ ਖਤਮ ਹੋਣ ਤੋਂ ਬਾਅਦ ਫਿਰ ਦੂਜਾ ਚੰਡੀ ਚਰਿੱਤਰ ਆ ਗਿਆ, ਫਿਰ ਵਾਰ ਦੁਰਗਾ ਦੀ ਆ ਗਈ। ਉਹ ਦੂਜੇ ਚੰਡੀ ਚਰਿੱਤਰ ਦੇ ਵਿੱਚ ਵਾਰ ਜਿਹੜੀ ਭਗਵਤੀ ਦੀ ਜਾਂ ਦੁਰਗਾ ਦੀ ਵਾਰ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬਚਿੱਤਰ ਨਾਟਕ ਫੇਰ ਆ ਜਾਂਦਾ। ਹੁਣ ਇੰਟਰਸਟਿੰਗ ਗੱਲ ਇਹਦੇ ਵਿੱਚ ਇੱਕ ਹੋਰ ਹੈ, ਬਚਿੱਤਰ ਨਾਟਕ ਜਿਹੜਾ ਹੈ ਇਹਦੇ ਵਿੱਚ ਕ੍ਰਿਸ਼ਨ ਅਵਤਾਰ, ਰਾਮ ਅਵਤਾਰ, ਸਾਰੇ ਅਵਤਾਰ ਆ ਜਾਂਦੇ ਨੇ। ਹਾਂਜੀ, ਨਾਲ ਬਚਿੱਤਰ ਨਾਟਕ ਦਸਮ ਸਕੰਦ ਪੁਰਾਣਾ ਲਿਖਿਤ ਹੈ ਜਿੱਥੇ ਕ੍ਰਿਸ਼ਨ ਅਵਤਾਰ ਆਉਂਦਾ। ਹੁਣ ਦਸਮ ਸਕੰਦ ਪੁਰਾਣ ਲਿਖਿਤ ਹੈ, ਉਸ ਹਿਸਾਬ ਦੇ ਨਾਲ ਤੇ ਇਸ ਬੁੱਕ ਦਾ ਟਾਈਟਲ ਜਿਹੜਾ ਦਸਮ ਸਕੰਦ ਪੁਰਾਣ ਹੋਣਾ ਚਾਹੀਦਾ ਸੀ, ਕਿਉਂਕਿ ਦਸਮ ਗ੍ਰੰਥ ਨਾ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੋਈ ਐਵੀਡੈਂਸ ਮਿਲਦੀ ਹੈ, ਤੇ ਇਹ ਭਾਗਵਤ ਪੁਰਾਣਾ ਜਿਹੜੀ ਹੈ ਉਹਦੇ ਦਸਵੇਂ ਸਕੰਦ ਦੀ ਟ੍ਰਾਂਸਲੇਸ਼ਨ ਹੈ ਕ੍ਰਿਸ਼ਨ ਅਵਤਾਰ। ਨੈਕਸਟ ਸਿਚੁਏਸ਼ਨ ਇਜ਼ देयर आर 3 ਬਾਣੀ ਜਿਹੜੀਆਂ ਕਿ ਅੰਮ੍ਰਿਤਸਰ 4 ਵੇਲੇ ਪੜ੍ਹੀਆਂ ਜਾਂਦੀਆਂ, ਜਾਪ ਸਾਹਿਬ, ਚੌਪਈ, ਸਵਈਏ। They are not included in Guru Granth Sahib. ਹਾਂਜੀ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨੇ। लेकिन people have got some difficulty about ਚੌਪਈ। ਥੋੜੀ ਜਿਹੀ ਨਹੀਂ ਸਮਝ। ਹੁਣ ਚੌਪਈ ਜਿਹੜੀ ਹੈ, ਮੈਂ ਜਦੋਂ ਮੈਨੂੰ ਪਤਾ ਲੱਗਾ ਚੌਪਈ ਕਿੱਥੋਂ ਆ ਰਹੀ ਹੈ, ਉਸ ਤੋਂ ਬਾਅਦ ਮੈਂ ਵੀ ਆਲੇ ਦੁਆਲੇ ਜਿੱਥੇ ਕਿਤੇ ਬੈਠਣਾ, ਕੁਐਸਚਨ ਕਰਨਾ, ਤੇ ਮੈਂ ਦੇਖਿਆ ਕਿ ਮੈਜੋਰਿਟੀ ਆਫ ਦਾ ਸਿੱਖਸ ਦੇ ਡੋਂਟ ਨੋ ਕਿ ਚੌਪਈ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ। ਫਿਰ ਜਦੋਂ ਉਹਨਾਂ ਨੂੰ ਦੱਸਿਆ ਤਾਂ ਦਸਮ ਗ੍ਰੰਥ 'ਚ ਆ, ਫਾਈਨ ਦਸਮ ਗ੍ਰੰਥ 'ਚ ਆ, ਪਰ ਹੈ ਕਿੱਥੇ? ਚਰਿਤ੍ਰੋਪਾਖਿਆਨ ਦੇ ਵਿੱਚ ਤ੍ਰਿਆ ਚਰਿੱਤਰ ਦਾ ਹਿੱਸਾ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੈ ਕਿ ਦਸਮ ਗ੍ਰੰਥ ਇਜ਼ ਅ ਕਲੈਕਸ਼ਨ ਆਫ ਡਿਫਰੈਂਟ ਕੰਪੋਜੀਸ਼ਨਸ। ਯੂ ਆਰ ਟੈਲਿੰਗ ਮੀ ਕਿ ਚੌਪਈ ਤ੍ਰਿਆ ਚਰਿੱਤਰ ਦਾ ਹਿੱਸਾ ਹੈ। ਇਟਸ ਅ ਕਲੋਜ਼ਿੰਗ ਪਾਰਟ ਆਫ ਤ੍ਰਿਆ ਚਰਿੱਤਰ ਐਂਡ ਚਰਿਤ੍ਰੋਪਾਖਿਆਨ ਦਾ ਹਿੱਸਾ। ਹਾਂਜੀ, ਇਹ ਚਰਿਤ੍ਰੋਪਾਖਿਆਨ ਜਿੱਥੇ ਖਤਮ ਹੋ ਜਾਂਦਾ ਨਾ, ਉਹਦਾ ਲਾਸਟ ਚਰਿੱਤਰ ਜਿਹੜਾ ਹੈ ਉਹਦੇ ਵਿੱਚ ਹੈ ਕਬਿਓ ਵਾਚ ਬੇਨਤੀ ਚੌਪਈ। ਹੁਣ ਇੱਕ ਚੀਜ਼ ਦੇਖੋ ਤੁਸੀਂ, ਜਿੱਥੇ ਤਾਂ ਇਹ ਦਸਮ ਗ੍ਰੰਥ ਦਾ ਜਿਹੜਾ ਚਰਿਤ੍ਰੋਪਾਖਿਆਨ ਸੈਕਸ਼ਨ ਹੈ ਜਿਹਨੂੰ ਤ੍ਰਿਆ ਚਰਿੱਤਰ ਕਹਿੰਦੇ ਆ, ਜਿੱਥੇ 404 ਚਰਿੱਤਰ ਦੇ ਵਿੱਚ ਜਿੱਥੇ ਆ ਕੇ ਇਹ ਕਬਿਓ ਵਾਚ ਬੇਨਤੀ ਚੌਪਈ ਲਿਖਿਆ, ਉੱਥੇ ਪਾਸ਼ੇ 10 ਨਹੀਂ ਹੈਗਾ। ਜਦੋਂ ਗੁਟਕਿਆਂ 'ਚ ਆਇਆ ਤੇ ਉੱਥੇ ਕਬਿਓ ਵਾਚ ਬੇਨਤੀ ਚੌਪਈ ਪਾਸ਼ੇ 10 ਲਗਾਤਾ ਹੈ। ਇੱਥੇ ਕਿਉਂ ਨਹੀਂ ਲੱਗਾ? ਕਿਉਂਕਿ ਤ੍ਰਿਆ ਚਰਿੱਤਰ ਗ੍ਰੰਥ ਜਦੋਂ ਇਸ ਦੇ ਵਿੱਚ ਇਨਸਰਟ ਕੀਤਾ ਹੈ ਤੇ ਸਭ ਤੋਂ ਪਹਿਲਾਂ ਉੱਥੇ ਪਾਸ਼ੇ 10 ਲਾਤਾ ਹੈ। ਆਈ ਐਮ ਕਮਿੰਗ ਟੂ ਦੈਟ। ਹਾਂਜੀ, there is a fundamental confusion about Hemkund. ਕਿ ਹੇਮ ਗੁਰੂ ਅਕੋਰਡਿੰਗ ਟੂ ਦਿਸ ਦਸ਼ਮੇਸ਼ ਪਿਤਾ ਨੇ ਉੱਥੇ ਕਿਹਾ ਗਿਆ ਤੇ ਸਮਾਧੀ ਲਾਈ। ਬਟ ਹੇਮਕੁੰਟ ਦੀ ਜਿਹੜੀ, if you go into that, I have read it that Hemkund ਦੇ ਉੱਤੇ ਕਿ ਪਾਰਵਤੀ, it is associated with Parvati, it is associated with the ਜਿਹੜੇ ਕਿ ਉੱਥੇ ਦੇਵਤੇ ਦੌੜ ਕੇ ਆਏ। What is, I'm confused. Actually ਜਿਹੜਾ ਦਸਮ ਗ੍ਰੰਥ ਦਾ ਹੈ ਨਾ, ਕਵੀਆਂ ਦਾ ਏਮ, ਉਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਟ ਦਮਨ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਗੁਰੂ ਗੋਬਿੰਦ ਸਿੰਘ ਦਾ ਨਾਂ ਤਾਂ ਨਹੀਂ ਆਉਂਦਾ, ਪਰ ਜਿਸ ਤਰ੍ਹਾਂ ਇਹ ਬੁੱਕ ਜਿਹੜੀ ਉਹਨਾਂ ਨੂੰ ਐਟਰੀਬਿਊਟ ਕਰ ਦਿੱਤੀ ਗਈ ਹੈ, ਤੇ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਜ਼ੈਂਟੇਸ਼ਨ ਦਿੱਤੀ ਹੈ ਐਟ ਸਮ ਪਲੇਸਿਸ, ਉਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਟ ਦਮਨ ਕੀਤਾ ਹੈ। ਦੁਸ਼ਟ ਦਮਨ ਕੀ ਹੈ? ਇੱਕ ਪਾਸੇ ਦੇਵਾਸ ਨੇ, ਇੱਕ ਪਾਸੇ ਦੈਂਤ ਨੇ। ਹੁਣ ਦੇਵਾਸ ਨੂੰ ਖਤਰਾ ਪੈਦਾ ਹੋ ਗਿਆ ਦੈਂਤਾਂ ਤੋਂ। ਦੈਂਤਾਂ ਨੇ ਦੇਵ ਮਾਰ ਦਿੱਤੇ, ਲੜਾਈ ਹੋਈ, ਅਖੀਰ ਤੇ 2 ਦੈਂਤ ਬਚੇ। ਉਹ ਫਿਰ ਉਹਨਾਂ ਦੇ ਮਗਰ ਅਖੀਰ ਤੇ ਜਿਹੜੇ ਆ ਦੇਵ ਉਹ ਪ੍ਰੋਟੈਕਸ਼ਨ ਚਲੇ ਜਾਂਦੇ ਦੇਵੀ ਦੇ ਵੀ ਸਾਨੂੰ ਬਚਾ। ਦੇਵੀ ਜਿਹੜੀ ਆ ਉਹਨੂੰ ਸਰਬਕਾਲ, ਮਹਾਕਾਲ, ਇਹ ਸਾਰਾ ਕੁਝ ਕਿਹਾ ਗਿਆ ਹੈਗਾ, ਡਿਫਰੈਂਟ ਨੇਮਸ ਲਏ ਗਏ ਨੇ ਉਹਦੇ। ਹਾਂਜੀ, ਤੇ ਫਿਰ ਉਹ ਦੇਵੀ ਜਿਹੜੀ ਹੈ ਉਹ ਦੁਸ਼ਟਾਂ ਨਾਲ ਲੜਦੀ ਹੈ। ਜਿਹੜਾ ਜਿਸ ਚਰਿੱਤਰ ਦੇ ਵਿੱਚ ਚੌਪਈ ਆਉਂਦੀ ਹੈ, ਉਸ ਦੇ ਵਿੱਚ ਮਹਾਕਾਲ ਦੀ ਲੜਾਈ ਦੁਸ਼ਟਾਂ ਦੇ ਨਾਲ ਹੈ। ਪਹਿਲਾਂ ਉਹਦੇ 'ਚ ਦੁਸ਼ਟ ਮਾਰੇ ਗਏ ਨੇ, ਅਖੀਰ ਤੇ ਬਾਇਓਲੋਜੀਕਲ ਵਾਰਫੇਅਰ ਵੀ ਹੋਈ ਹੈ। ਹਾਂਜੀ, ਤੇ ਵੱਖ-ਵੱਖ ਬਿਮਾਰੀਆਂ ਦੇ ਨਾਲ ਮਰੇ ਨੇ। ਪਰ ਉਹ ਦੈਂਤ ਐਸੇ ਨੇ ਕਿ ਜਿਸ ਤਰ੍ਹਾਂ ਖੂਨ ਡੁੱਲਦਾ ਹੈ ਉਨੇ ਹੀ ਉੱਠ ਕੇ ਖੜੇ ਹੋ ਜਾਂਦੇ ਨੇ। ਦਸਮ ਗ੍ਰੰਥ ਹੈ। ਹਾਂਜੀ, ਲਿਖਿਆ ਹੋਇਆ ਉਹਨਾਂ ਨੇ। Anyway, so there is a question about the association of Guru Gobind Singh with ਹੇਮਕੁੰਟ ਜਿਹੜਾ ਆ, ਇਹ 1930 ਤੋਂ ਬਾਅਦ ਕੁਝ ਸੰਪਰਦਾਇਕ ਸਿੱਖਾਂ ਨੇ ਪੁਆਇੰਟ ਆਊਟ ਕੀਤਾ ਔਨ ਦਾ ਬੇਸਿਸ ਆਫ ਵਾਟ ਵੀ ਫਾਈਂਡ ਹੀਅਰ ਇਨ ਦਸਮ ਗ੍ਰੰਥ, ਜਿੱਥੇ ਕਹਿੰਦੇ ਕਿ ਸਪਤ ਸ਼੍ਰਿੰਗ ਸੋਬਤ ਹੈ ਜਹਾਂ ਤੇ ਹੇਮਕੁੰਡ ਪਰਬਤ ਹੈ ਜਹਾਂ, ਮਹਾਕਾਲ ਕਾਲ ਕਾ ਆਰਾਧੀ ਵੀ। ਉੱਥੇ ਬੈਠ ਕੇ ਮੈਂ ਮਹਾਕਾਲ ਦੀ ਤਪੱਸਿਆ ਕੀਤੀ,
ਉਹ ਗੁਰੂ ਗੋਬਿੰਦ ਸਿੰਘ ਦੇ ਮੂੰਹ ਚ ਪਾਏ ਗਏ ਨੇ। ਇਹੋ ਜਿਹੀਆਂ ਸਾਨੂੰ ਹੋਰ ਵੀ ਕਈ ਮਿਲ ਜਾਂਦੀਆਂ ਨੇ। Anyway, the ਤੇ next ਸੋ ਉਹ 20ਵੀਂ ਸਦੀ ਦੀ ਕ੍ਰੀਏਸ਼ਨ ਹੈ। I got the next thing is this. ਹਾਂਜੀ Sikhs the national anthem, De Shiva. ਹਾਂਜੀ। Shiva is the daughter of Shiva. I mean, the wife of Shiva. ਸ਼ਿਵਾ ਨੂੰ ਲਾਰਡ ਸ਼ਿਵਾ ਵੀ ਕਿਹਾ ਗਿਆ, ਸ਼ਿਵਾ ਮਾਤਾ ਵਾਸਤੇ ਵੀ ਵਰਤਿਆ ਗਿਆ ਹੈਗਾ। It is a Devi. ਹਾਂਜੀ, ਸ਼ਕਤੀ ਮਤ ਹੈ। Shakti, okay. ਤੇ ਸਾਕਤ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਬੜਾ ਕੁਝ ਲਿਖਿਆ ਹੋਇਆ ਹੈ। ਤੇ ਸਾਕਤ ਮਤ ਜਾਂ ਸ਼ਕਤੀ ਮਤ ਹੈ, ਉਹਦੇ ਨਾਲ ਹੈ, ਉਹਦੇ ਕੋਲੋਂ ਵਾਰ ਮੰਗ ਰਿਹਾ ਹੈ। ਇਹ ਹੁਣ ਜਿਹੜੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ, ਇਹ ਆਉਂਦੀ ਹੈ ਮਾਰਕੰਡੇ ਪੁਰਾਣਾ ਦੀ ਟਰਾਂਸਲੇਸ਼ਨ ਹੈ, Yeah. ਚੰਡੀ ਚਰਿੱਤਰ। ਉਹਦੇ 'ਚ ਕਵੀ ਨੇ ਬੜਾ ਕਲੀਅਰਲੀ ਕਿਹਾ ਹੈ ਕਿ ਗ੍ਰੰਥ ਸਤ ਸਹੀ ਕੋ ਲਿਖਿਓ ਜਾ ਸਮ ਅਵਰ ਨ ਕੋਏ। ਇਹਦੇ ਬਰਾਬਰ ਸਤ ਸਹੀ ਦਾ ਗ੍ਰੰਥ ਹੋਰ ਕੋਈ ਨਹੀਂ ਲਿਖਿਆ ਗਿਆ। Yeah. ਬੁੱਧ ਕਵੀਸ਼ਵਰ ਦਾ ਨਾਮ ਆਉਂਦਾ ਹੈ। ਜਿੱਥੇ ਉਹ ਕਲੇਮ ਹੈ ਨਾਲ ਹੀ ਇਹ ਉਸੇ ਪੇਜ ਤੇ ਆਈ ਥਿੰਕ 99 ਪੇਜ ਹੈ ਜਿੱਥੇ ਆਉਂਦਾ ਹੈ ਦੇਸ਼ਵਾ ਬਰਮੋਏ ਹੈ। Yeah. ਇਹ ਸਿਰਫ ਇੱਥੇ ਹੀ ਨਹੀਂ, ਹੋਰ ਵੀ ਕਈ ਪੇजेस ਆਉਂਦੇ ਨੇ ਜਿਨ੍ਹਾਂ ਦੇ ਵਿੱਚ ਸ਼ਿਵਾ ਤੋਂ ਵਰ ਮੰਗਣ ਦੀਆਂ ਗੱਲਾਂ ਹੈਗੀਆਂ। ਤ੍ਰਿਆ ਚਰਿੱਤਰ ਦੇ ਵਿੱਚ ਵੀ ਹੈਗਾ। The worst, then the other thing is, which I have found over there, that Zafarnama is written in Persian. ਹਾਂਜੀ Okay, but in Dasam Granth, Persian is written in Punjabi. Am I ਹਾਂਜੀ। ਇਹ ਜਿਹੜਾ ਹੈ ਕਾਫੀ ਵੱਡਾ ਮੇਰੇ ਮਨ 'ਚ ਵੀ ਕੁਐਸਚਨ ਆਇਆ ਵੀ ਇਹ ਜੇ ਉਹੀ ਲੈਟਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੀ, ਤੇ ਗੁਰੂ ਗੋਬਿੰਦ ਸਿੰਘ ਪਰਸ਼ੀਅਨ ਦੇ ਸਕਾਲਰ ਸੀ, ਪਰਸ਼ੀਅਨ ਲਿਖ ਸਕਦੇ ਸੀ, ਤੇ ਉਹਨਾਂ ਨੇ ਪਰਸ਼ੀਅਨ ਸਕ੍ਰਿਪਟ 'ਚ ਕਿਉਂ ਨਹੀਂ ਲਿਖੀ? ਉਹਨਾਂ ਗੁਰਮੁਖੀ ਸਕ੍ਰਿਪਟ ਕਿਉਂ ਲਿਖੀ? ਕੀ ਔਰੰਗਜ਼ੇਬ ਗੁਰਮੁਖੀ ਪੜ੍ਹ ਸਕਦਾ ਸੀ? ਪਰਸ਼ੀਅਨ ਉਹਨੂੰ ਪਰਸ਼ੀਅਨ ਸਕ੍ਰਿਪਟ ਪੜ੍ਹਨੀ ਨਹੀਂ ਸੀ ਆਉਂਦੀ। ਸੋ ਇਹ ਗੱਲ ਬੜੀ ਅਜੀਬ ਲੱਗੀ। ਫਿਰ ਮੈਂ ਦੇਖਿਆ ਕਿ ਭਾਈ ਮਨੀ ਸਿੰਘ ਹੋਣਾ ਵਾਲੀ ਜਿਹੜੀ ਕਹਿੰਦੇ ਨੇ ਨਾ ਬੀੜ ਆ, ਉਹਦੇ ਵਿੱਚ ਤਾਂ ਇਹ ਪਰਸ਼ੀਅਨ ਸਕ੍ਰਿਪਟ ਵਿੱਚ ਲਿਖੀ ਗਈ ਹੈ। Okay. ਅੱਛਾ, ਉਹ authentic ਹੈ ਕਿ ਨਹੀਂ ਹੈ, that is another story. Another story. ਹਾਂ The worst possible ਜਿਹੜੀ ਮੇਰੇ ਕੋਲੋਂ example ਆਈ ਹੈ ਉਹ ਇਹ ਆਈ ਹੈ। ਮੈਂ ਜਿਹੜੀ ਮੈਨੂੰ I have read some book on written by Principal Harbhajan Singh. Now I have got that book over here. This is the book which I am referring over here. ਦਸਮ ਗ੍ਰੰਥ ਬਾਰੇ ਚੋਣਵੇਂ ਲੇਖ ਪ੍ਰਿੰਸੀਪਲ ਦਸਮ ਗ੍ਰੰਥ ਬਾਰੇ ਚੋਣਵੇਂ ਲੇਖ। ਉਹਨਾਂ ਨੇ ਦੋ ਐਗਜ਼ਾਮਪਲ ਦਿੱਤੀਆਂ ਨੇ। There are 615 pages out of 1428 pages, 1428 ਸਫ਼ਿਆਂ ਦੇ ਵਿੱਚੋਂ 615 ਸਫ਼ੇ ਹਾਂਜੀ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਚਰਿੱਤਰੋਪਾਖੀਆਂ ਦੇ ਉੱਤੇ ਹਾਂਜੀ। ਉਹ ਜਿਹੜਾ ਵੋਲਿਊਮ ਹੈ ਨਾ, ਹਾਂ। ਇਹ ਤਕਰੀਬਨ ਉਸੇ ਦਾ ਹੈ। Okay. ਲੇਕਿਨ ਪ੍ਰਿੰਸੀਪਲ ਹਰਭਜਨ ਸਿੰਘ ਨੇ ਇੱਕ ਦੋ ਐਗਜ਼ਾਮਪਲ ਦਿੱਤੀਆਂ ਆਪਣੀਆਂ ਮਨ ਬੀਤੀਆਂ ਕਿ ਉਹ ਹਜ਼ੂਰ ਸਾਹਿਬ ਗਏ, ਉੱਥੇ ਅਖੰਡ ਪਾਠ ਹੋ ਰਿਹਾ ਸੀ ਲਾਊਡ ਸਪੀਕਰ ਤੇ। ਉਹਨਾਂ ਨੇ ਕਿਹਾ, ਭਾਈ ਸਾਹਿਬ ਨੂੰ ਪੁੱਛਿਆ ਕਿ ਭਾਈ ਸਾਹਿਬ ਇੱਕ ਕਿਹਦਾ ਅਖੰਡ ਪਾਠ? ਦਸਮ ਗ੍ਰੰਥ ਦਾ ਅਖੰਡ ਪਾਠ ਹੋ ਰਿਹਾ। ਉਹ ਕਹਿੰਦੇ ਜੀ ਹਾਂ, ਇਹ ਦਸਮ ਗ੍ਰੰਥ ਦਾ ਅਖੰਡ ਪਾਠ ਹੋ ਰਿਹਾ। ਉਹਨਾਂ ਨੇ ਕਿਹਾ ਜੀ ਜਿਸ ਵੇਲੇ ਇਸ ਦੇ ਵਿੱਚ ਚਰਿੱਤਰੋਪਾਖੀਆਂ ਆਉਂਦੇ ਨੇ ਸ਼ਲੋਕ, ਉਸ ਵੇਲੇ ਤੁਸੀਂ ਕੀ ਕਰਦੇ ਹੋ? ਉਹ ਕਹਿੰਦੇ ਜੀ ਉਸ ਵੇਲੇ ਅਸੀਂ ਇਹਦੀ ਜਿਹੜੀ ਆਵਾਜ਼ ਹੈ ਨੀਵੀਂ ਕਰ ਦਿੰਦੇ ਤਾਂ ਕਿ ਸੰਗਤ ਨੂੰ ਨਾ ਪਤਾ ਲੱਗੇ। I have got written. ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅੱਛਾ ਠੀਕ ਹੈ, ਅਗਰ ਤੁਸੀਂ ਦਸਮ ਗ੍ਰੰਥ ਦੇ ਵਿੱਚੋਂ ਫਰਜ਼ ਕਰੋ ਜਿਸ ਵੇਲੇ ਪਾਠ ਕਰਦੇ ਹੋ ਜਾਂ ਉਸ ਤੋਂ ਤੁਸੀਂ ਕੀ ਕਹਿੰਦੇ ਆ ਫਰਜ਼ ਕਰੋ ਵਾਕ ਲੈਣਾ, ਤੇ ਫਿਰ ਜੇ ਵਾਕ ਚਰਿੱਤਰੋਪਾਖਿਆਨ ਦੇ ਵਿੱਚੋਂ ਆ ਜਾਏ ਤਾਂ ਫਿਰ ਕੀ ਕਰੋਗੇ? ਉਹ ਕਹਿੰਦੇ ਜੀ ਅਸੀਂ ਉੱਥੋਂ ਲੈਂਦੇ ਹੀ ਨਹੀਂ, ਅਸੀਂ ਉੱਥੋਂ ਲੈਂਦੇ ਹੀ ਨਹੀਂ, ਕਿਉਂਕਿ ਅਸੀਂ ਉੱਥੇ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ। This is written in the book. Is that portion of this Granth? और दूसरा तीसरी गल उन्होंने कही है कि जिस वेले मैनू कोई आदमी कहता है कि भाई चरित्र पाखियां इस दसम ग्रंथ का हिस्सा है, तो मैं उन्हें कहना कि क्या तू इस हिस्से नू अपनी फैमिली च बैठ के पढ़ सकना? तो चुप हो जाते हैं। Tell me something about it. ਜੋ ਕੁਛ ਤ੍ਰਿਆ ਚਰਿੱਤਰ ਦੇ ਵਿੱਚ ਲਿਖਿਆ ਗਿਆ ਹੈ, ਮੈਂ ਤਾਂ ਇਹੋ ਜਿਹਾ ਸਟੱਫ ਕਿਸੇ ਹੋਰ ਬੁੱਕ 'ਚ ਕਦੀ ਨਹੀਂ ਪੜ੍ਹਿਆ। ਤੇ ਫਿਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਕਿਤਾਬ ਜਿਹੜੀ ਆ ਇੱਕ ਰਿਲੀਜੀਅਸ ਟੀਚਰ ਦੇ ਨਾਮ ਤੇ ਐਟਰੀਬਿਊਟ ਕੀਤੀ ਜਾ ਰਹੀ ਹੈ। ਜਦੋਂ ਲਾਇਬ੍ਰੇਰੀ ਦੇ ਵਿੱਚ ਦਸਮ ਗ੍ਰੰਥ ਦੀ ਸਰਚ ਕਰਦੇ ਆ ਤਾਂ ਰਿਜ਼ਲਟ ਜਿਹੜਾ ਸਾਹਮਣੇ ਆਉਂਦਾ ਹੈ
ਉਹ ਦਸਮ ਗ੍ਰੰਥ ਆਥਰ ਗੁਰੂ ਗੋਬਿੰਦ ਸਿੰਘ। ਹੁਣ ਤ੍ਰਿਆ ਚਰਿੱਤਰ ਦੇ ਵਿੱਚ ਇੰਨੀ ਅਸ਼ਲੀਲ ਲੈਂਗੁਏਜ ਵਰਤੀ ਗਈ ਹੈ ਕਿ ਪੜ੍ਹਦੇ ਵਕਤ ਤੁਸੀਂ ਮਤਲਬ ਸੋਚਦੇ ਹੋ ਕਿ ਪੜ੍ਹਨ ਵਾਲਾ ਸਟਫ ਕੀ ਹੈ, ਪਰ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਮੜੀ ਗਈ ਹੈ, ਫਿਰ ਪੜ੍ਹ ਕੇ ਇਹਦੀਆਂ ਰੂਟਸ ਦਾ ਪਤਾ ਕਰਨਾ ਹੀ ਫਰਜ਼ ਬਣਦਾ ਹੈ ਕਿ ਕੀ ਹੈਗਾ। ਹੁਣ ਜਿੱਥੇ ਚੌਪਈ ਦੀ ਗੱਲ ਆਈ ਹੈ, ਮੈਂ ਤੁਹਾਨੂੰ ਕਹਿੰਦੀ ਹਾਂ, ਜਿਸ ਤਰ੍ਹਾਂ ਕਿ ਤ੍ਰਿਆ ਚਰਿੱਤਰ ਬਾਰੇ ਉਹ ਕਹਿੰਦੇ ਚੁੱਪ ਕਰ ਜਾਂਦੇ ਆ, ਅਸੀਂ ਹੌਲੀ ਪੜ੍ਹ ਲੈਂਦੇ ਆ, ਜਾਂ ਆਪਣੇ ਭੈਣਾਂ ਭਰਾਵਾਂ ਦੇ ਵਿੱਚ ਬੈਠ ਕੇ ਮਾਵਾਂ ਧੀਆਂ ਵਿੱਚ ਨਹੀਂ ਸੁਣਾਉਂਦੇ, ਹਾਂਜੀ ਨਹੀਂ ਸੁਣਾ ਸਕਦੇ। ਜੇ ਸਿੱਖ ਸੰਗਤ ਦੇ ਵਿੱਚ ਸੁਣਾਇਆ ਨਹੀਂ ਜਾ ਸਕਦਾ ਤੇ ਫਿਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਿਉਂ ਆ ਰਿਹਾ? I can't read ਇਹ ਤਾਂ ਜੀ ਬਿਲਕੁਲ the lines which are here, but I want to read just one line. ਪੋਸਤ ਭੰਗ ਅਫੀਮ ਖਲਾਏ, ਆਸਨ ਤਾਂ ਦਰ ਦਿਓ ਬਣਾਏ। ਪੋਸਤ ਭੰਗ ਅਫੀਮ, ਗਲਤ ਕੰਮ, ਅਸ਼ਲੀਲ ਕੰਮ, ਇਹ ਬਹੁਤ ਜ਼ਿਆਦਾ ਕਈ ਜਗ੍ਹਾ ਤੇ ਦਸਮ ਗ੍ਰੰਥ ਚ ਮਿਲਦੇ ਨੇ। ਈਵਨ ਅਸਫੋਟਕ ਕਬੀਰ ਦੇ ਵਿੱਚ ਵੀ ਹੈਗਾ, ਜਿਹੜਾ ਅਖੀਰ ਤੇ ਹੈ ਨਾ, ਉਹ ਮੁਸ਼ਕਿਲ ਹੈ ਜੀ। ਇਹ ਤਾਂ ਜਿਹੜਾ ਨਾ ਬਹੁਤ ਹੀ Anyway, now ਇੱਕ ਮੈਂ ਤੁਹਾਨੂੰ ਚੌਪਈ ਤੇ ਹੋਰ ਗੱਲ ਕਰਾਂਗੇ। ਜਿਸ ਤਰ੍ਹਾਂ ਜਿਹੜੇ ਵੀ ਆਥਰਸ, ਜਿਹੜੇ ਵਿਦਵਾਨ ਇਹ ਕਹਿੰਦੇ ਆਏ ਨੇ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਜਿਸ ਤਰ੍ਹਾਂ ਪਦਮ ਹੈ, ਭਾਈ ਰਣਧੀਰ ਸਿੰਘ ਹੋਰਾਂ ਨੇ ਕਿਹਾ। ਹੁਣ ਦੇਖੋ ਭਾਈ ਰਣਧੀਰ ਸਿੰਘ ਹੋਰੀ ਇੱਕ ਪਾਸੇ ਤਾਂ ਇਹ ਕਹਿੰਦੇ ਰਹੇ ਨੇ ਸਾਰੀ ਉਮਰ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਦੂਜੇ ਪਾਸੇ ਉਹਨਾਂ ਸ਼ਬਦਾਰਥ ਦਸਮ ਗ੍ਰੰਥ ਦਾ ਪਬਲਿਸ਼ ਕਰਾਇਆ, ਤੇ ਉੱਥੇ ਤ੍ਰਿਆ ਚਰਿੱਤਰ ਕੱਢਣਾ ਕਿਉਂ ਮੰਨ ਲਿਆ ਉਹਨਾਂ ਨੇ? ਪੰਜਾਬੀ ਯੂਨੀਵਰਸਿਟੀ ਉਹਦੇ ਨਾਲ ਹੀ ਚੌਪਈ ਨਿਕਲ ਗਈ। I want to come to another point. ਹਾਂਜੀ, Is the word Nanak comes into this granth anywhere? ਹਾਂ, ਨਾਨਕ ਵਰਡ ਜਿਹੜਾ ਹੈ 3, 4 ਜਾਂ 5 ਵਾਰੀ ਐਟਲੀਸਟ ਯੂਜ਼ ਹੋਇਆ ਹੈ, ਬਟ ਨਾਟ ਵਿਦ ਦ connotation of being an author, no. The other thing is this. I want to ask you something else. साढ़े 10 गुरु, एक जोत एक जुगत. Okay? Is there any relevance of this granth with the writings of the other 9 gurus? ਕੋਈ ਕਨੈਕਸ਼ਨ ਨਹੀਂ ਹੈ, ਨਾ ਟਰਮੀਨੋਲੋਜੀ ਦਾ, ਰਾਈਟਿੰਗ ਸਟਾਈਲ ਦਾ, ਕੋਈ ਕਨੈਕਸ਼ਨ ਨਹੀਂ ਹੈ। ਇੱਕ ਮੈਂ ਤੁਹਾਨੂੰ ਸਿਰਫ ਇੱਕੋ ਹੀ ਐਗਜ਼ਾਮਪਲ ਦਿੰਨੀ ਆ। ਗੁਰੂ ਗ੍ਰੰਥ ਸਾਹਿਬ ਸਾਰਾ ਪੜ੍ਹ ਲਓ, ਅਦਕ ਦੀ ਵਰਤੋਂ ਨਹੀਂ ਹੁੰਦੀ ਉੱਤੇ, ਹੈ ਨਾ? ਇੱਥੇ ਅਦਕ ਦੀ ਵਰਤੋਂ ਬਹੁਤ ਹੋਈ ਹੈ। ਔਰ ਦੂਸਰੀ ਗੱਲ ਹੈ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਕੋਈ ਸ਼ਬਦ ਸ਼ੁਰੂ ਕਰਨੇ ਆ ਕਿਸੇ ਗੁਰੂ ਦਾ, ਗੁਰੂ ਸਾਹਿਬਾਨ ਦਾ, ਜਾਂ ਕਿਸੇ ਭਗਤ ਦਾ, ਜਾਂ ਕਿਸੇ ਕੀ ਕਹਿੰਦੇ ਆ, we always start with Ek Onkar Satgur Prasad. Right? Why there is here the things are being started Ek Onkar Waheguru Ji Ki Fateh? ਜਦੋਂ ਇਹ ਦੇਖੋ ਜੀ, ਜਿਹੜੇ ਸਿੱਖਾਂ ਵੱਲੋਂ ਜਾਂ ਗੁਰੂ ਦੇ ਭਗਤਾਂ ਵੱਲੋਂ ਵਾਹਿਗੁਰੂ ਵਰਡ ਉੱਠਿਆ ਗੁਰੂ ਦੇ ਕੰਮ ਦੇਖ ਕੇ, ਉਸ ਤੋਂ ਬਾਅਦ ਜਿਹੜੇ ਵੀ ਵੱਡੇ ਭਗਤ ਬਣ ਕੇ ਆਏ, ਜਾਂ ਉਹਨਾਂ ਨੇ ਇਹ ਪੋਜੀਸ਼ਨ ਜਿਹੜੀ ਸੀਗੀ ਲੈਣੀ ਚਾਹੀ ਕਿ ਅਸੀਂ ਜਿਹੜੀ ਪ੍ਰੀਸਟਹੁੱਡ ਗੁਰੂਆਂ ਨੇ ਬਾਹਰ ਕੀਤੀ ਸੀ ਉਹਦੇ ਪੋਜੀਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਤੇ ਉਹ ਵਾਹਿਗੁਰੂ ਵਰਡ ਉਹਨਾਂ ਵੱਲੋਂ ਬਹੁਤ ਜ਼ਿਆਦਾ ਉਤਾਂ ਕੀਤਾ ਗਿਆ ਹੈਗਾ। ਪਰ ਜਿਹੜੀ ਇਹ ਗੱਲ ਹੈ ਨਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਇਹਦੇ ਥੱਲੇ ਵੀ ਬੜੀਆਂ ਰਾਈਟਿੰਗਸ ਨੇ। ਵਾਹਿਗੁਰੂ ਜੀ ਕੀ ਫਤਿਹ ਲਿਖ ਦਿੰਦਾ, ਕੋਈ ਏਕ ਓਂਕਾਰ ਸਤਿਗੁਰੂ ਪ੍ਰਸਾਦ ਲਿਖ ਦਿੰਦਾ, ਈਵਨ ਰਾਣੀ ਰਜਿੰਦਰਮਤੀ ਚਰਿੱਤਰ ਤੇ ਵੀ ਇਹੋ ਜਿਹੇ ਸਿੰਬਲ ਹੈਗੇ ਨੇ। ਫਿਰ ਪ੍ਰਭੂ ਨੇ ਮੁਹੰਮਦ ਨੂੰ ਪੈਦਾ ਕੀਤਾ ਤੇ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ। ਉਸਨੇ ਵੀ ਆਪਣਾ ਪੰਥ ਮਜ਼ਹਬ ਚਲਾ ਲਿਆ ਤੇ ਸਾਰੇ ਰਾਜਿਆਂ ਦੀ ਸੁਨਤ ਕਰਾ ਦਿੱਤੀ। ਛੰਦ 26 to 27 ਇਹ ਬਚਿੱਤਰ ਨਾਟਕ ਦੇ ਵਿੱਚ ਆਉਂਦਾ ਹੈਗਾ। ਉਹ ਸਿਰਫ ਇੱਕ ਦੱਸ ਕੇ ਕਿ ਉਹ ਹਾਲਾਤ ਬੜੇ ਖਰਾਬ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਭੇਜਿਆ, ਤੇ ਉਸ ਤੋਂ ਪਹਿਲਾਂ ਗੁਰੂ ਨਾਨਕ ਦਾ ਨਾਮ ਕਿਉਂ ਨਹੀਂ ਆ? ਸਤਨਾਮ ਕਿਨਹੂ ਨਾ ਜਪਾਇਆ ਦ੍ਰਿੜਾਇਆ, ਤੇ ਉਹ ਗੁਰੂ ਨਾਨਕ ਨੂੰ ਲਿਸਟ ਚੋਂ ਬਾਹਰ ਕਿਉਂ ਕੱਢਿਆ ਗਿਆ ਹੈ? ਇਹ ਬੜਾ ਇੰਪੋਰਟੈਂਟ ਹੈਗਾ। Where these guys come from? There are 2 poets whose name come over here in this, Ram and Siam. ਇਹ ਨਾਮ ਹੋਰ ਵੀ ਆਉਂਦੇ ਆ, ਕਾਲ ਵੀ ਆਉਂਦਾ ਹੈ, ਸ਼ਾਮ ਵਰਡ ਬਹੁਤ ਵਰਤਿਆ ਗਿਆ ਹੈ। ਈਵਨ ਸ਼ਾਮ ਦਾ ਨਾਮ ਘਨਸ਼ਾਮ ਵੀ ਆਉਂਦਾ ਹੈ ਦਸਮ ਗ੍ਰੰਥ 'ਚ। ਕਾਲ, ਰਾਮ, ਸ਼ਾਮ, ਬੁੱਧ, ਹਾਂਜੀ।
ਫਿਰ ਜਿਹੜਾ ਇਹ এনवायरमेंट ਜਿਹੜਾ ਸਾਨੂੰ ਉੱਥੋਂ ਦਾ ਮਿਲਦਾ ਹੈ ਜਿੱਥੇ ਬਹਿ ਕੇ ਗੱਲਾਂ ਬਾਤਾਂ ਲਿਖੀਆਂ ਗਈਆਂ ਜਾਂ ਹੋਈਆਂ ਇਹ ਹੈਗੀ ਡੇਰਾਸ ਦੀ ਅਖਾੜਾਸ ਦੀ ਜਿੱਥੇ ਮਹੰਤ ਹੈ ਉਪ ਮਹੰਤ ਹੈ ਉੱਚ ਮਹੰਤ ਹੈ ਸੋ ਸ੍ਰੀ ਮਹੰਤ ਉਪ ਮਹੰਤ ਮਹੰਤ ਇਹੋ ਜਿਹੇ ਨਾਮ ਲਿਖੇ ਗਏ ਨੇ ਮਹੰਤਾਂ ਦੇ ਨਾਮ ਵੀ ਆਉਂਦੇ ਨੇ ਫਿਰ ਉਦੋਂ ਕਵੀ ਦਾ ਵੀ ਆ ਜਾਂਦਾ ਹੈ ਹੁਣ ਇਹ ਜਿਹੜੇ ਮਤਲਬ ਪੈਨ ਨੇਮਸ ਨੇ ਕਵੀਆਂ ਦੇ ਹਾਂਜੀ ਤੇ ਇੱਕ 19th ਸੈਂਚਰੀ ਦੇ ਵਿੱਚ ਇਹੋ ਜਿਹਾ ਲਿਟਰੇਚਰ ਬਹੁਤ ਜ਼ਿਆਦਾ ਹੈ ਜਿੱਥੇ ਪੈਨ ਨੇਮਸ ਦੇ ਅੰਡਰ ਕਵੀਆਂ ਨੇ ਬਾਣੀ ਲਿਖੀ ਹੈ ਕਵੀਆਂ ਦੇ ਨਾਮ ਅਸਲ ਵਿੱਚ ਹੋਰ ਨੇ ਪੈਨ ਨੇਮਸ ਕਰਕੇ ਬਾਣੀ ਲਿਖ ਕੇ ਤੇ ਅੱਜ ਸਕਾਲਰਸ ਨੂੰ ਕਈਆਂ ਨੂੰ ਬੜੀ ਆ ਰਹੀ ਹੈ ਮੁਸ਼ਕਲ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਆਇਡੈਂਟੀਫਾਈ ਕੀਤਾ ਜਾਏ ਕਿ ਇਹ ਪਾਰਟਿਕੂਲਰ ਕਵੀ ਕਿਹੜਾ ਸੀ Can I ask you something very straightforward? You have read it once, twice. ਕਾਫੀ ਦਫਾ ਪੜਿਆ ਹਾਂਜੀ Is there anything which belonged to Guru Gobind Singh Ji? ਦੇਖੋ ਜੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਮੈਨੂੰ ਕੋਈ ਐਸੀ ਐਵੀਡੈਂਸ ਨਹੀਂ ਲੱਭੀ ਜਿਸ ਤੋਂ ਮੈਂ ਇਹ ਕਹਿ ਸਕਾਂ ਕਿ ਹਾਂ ਆ ਇੰਡੀਕੇਸ਼ਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਜਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ 'ਚ ਲਿਖਿਆ ਗਿਆ ਕੋਈ ਐਸੀ ਇੰਡੀਕੇਸ਼ਨ ਨਹੀਂ ਮਿਲਦੀ ਮੈਂ ਤਾਂ ਇਸ ਨੂੰ ਗ੍ਰੰਥ ਨੂੰ 19th ਸੈਂਚਰੀ ਦੇ ਵਿੱਚ ਹੀ ਪਲੇਸ ਕਰਦੀ ਹਾਂ ਤੇ ਇਹ ਜਿਹੜਾ 19th ਸੈਂਚਰੀ ਲਿਟਰੇਚਰ ਗੁਰਮੁਖੀ ਸਕ੍ਰਿਪਟ ਦੇ ਵਿੱਚ ਨਿਰਮਲਾਜ ਨੇ ਲਿਖਿਆ ਜਿਹੜੇ ਕਿ ਬਨਾਰਸ ਦੇ ਵਿੱਚੋਂ ਟ੍ਰੇਨ ਨੇ ਜਾਂ ਵਰਿੰਦਾਵਨ ਚੋਂ ਟ੍ਰੇਨ ਨੇ ਜ਼ਿਆਦਾ ਬਨਾਰਸ ਤੋਂ ਆਏ ਨੇ ਤੁਸੀਂ ਇੱਕ ਚੀਜ਼ ਨੋਟ ਕਰੋਗੇ ਇਹ ਸਾਰਾ ਲਿਟਰੇਚਰ ਫੁਲਕੀਆਂ ਸਟੇਟਸ ਚੋਂ ਮਿਲ ਰਿਹਾ ਜ਼ਿਆਦਾ ਉਹਨਾਂ ਦੇ ਜ਼ਿਆਦਾ ਮਾਲਵਾ ਇਲਾਕੇ ਦੇ ਵਿੱਚ ਇਹਨਾਂ ਦਾ ਇਨਫਲੂਐਂਸ ਹਾਂਜੀ ਜੇ ਚਰਿਤਰੋਪਾਖਿਆਨ ਹੈ ਇਹ ਤਾਰਾ ਸਿੰਘ ਕਵੀ ਨੇ ਮਹਾਰਾਜਾ ਪਟਿਆਲੇ ਨੂੰ ਭੇਟਾ ਕੀਤੀ ਹੈ ਕਿਹਾ ਜਾਂਦਾ ਹੈ ਹਾਂਜੀ ਹੁਣ ਇਹ ਜਿਹੜਾ ਇਹ ਲਿਟਰੇਚਰ ਪੜ੍ਹੇਗਾ ਤੇ ਪਟਿਆਲੇ ਜਾਂ ਦੂਜਾ ਤੀਜਾ ਟੈਂਥਰਿਜ਼ਮ ਦਾ ਕਿੰਨਾ ਅਸਰ ਹੋਇਆ ਪਤਾ ਹੀ ਹੈ ਹਿਸਟਰੀ ਦੇ ਵਿੱਚ ਤੇ ਮੇਰਾ ਮਤਲਬ ਕਹਿੰਦਾ ਕਿ ਜਦੋਂ ਵੀ ਤੁਸੀਂ ਧਿਆਨ ਨਾਲ ਦੇਖਦੇ ਹੋ ਤੇ ਇਹ ਉੱਥੇ ਹੀ ਆ ਜਾਂਦੀ ਹੈ 19th ਸੈਂਚਰੀ ਦੇ ਵਿੱਚ ਹੀ ਫਿਰ ਇਹਦੇ ਵਿੱਚ ਕੁਝ ਵੋਕੈਬਲਰੀ ਇੰਗਲਿਸ਼ ਵਰਡਸ ਯੂਜ਼ ਕੀਤੇ ਗਏ ਨੇ ਹਾਂਜੀ ਕਿਉਂਕਿ ਜਿਹੜੇ ਬਨਾਰਸ ਦੇ ਇੰਟੈਲੈਕਚੁਅਲਸ ਨੇ ਪੜ੍ਹੇ ਲਿਖੇ ਜਿਹੜੇ ਉੱਥੋਂ ਐਜੂਕੇਸ਼ਨ ਹਾਸਲ ਕਰਦੇ ਆ ਜੇ ਮੁਸਲਮਾਨਾਂ ਦਾ ਰਾਜ ਹੈ ਤੇ ਪਰਸ਼ੀਅਨ ਸਿੱਖਦੇ ਆ ਜੇ ਸਿੱਖਾਂ ਦਾ ਰਾਜ ਆਇਆ ਤੇ ਉਹਨਾਂ ਗੁਰਮੁਖੀ ਸਿੱਖਣੀ ਉਹਨਾਂ ਦਾ ਪਹਿਲਾ ਕੰਮ ਸੀ ਕਿਉਂਕਿ ਹਾਈ ਪੋਜੀਸ਼ਨਸ ਲੈਣੀਆਂ ਨੇ ਚਾਹੇ ਗੁਰਦੁਆਰੇ 'ਚ ਮਿਲ ਜਾਏ ਚਾਹੇ ਉੱਥੇ ਮਿਲ ਜਾਏ ਹਾਂਜੀ ਫਿਰ ਜੇ ਗੋਰੇ ਆ ਗਏ ਨੇ ਤੇ ਉਹ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਮੇਰਾ ਖਿਆਲ ਰਾਮ ਅਵਤਾਰ 'ਚ ਆਉਂਦਾ ਹੈ ਜੇ ਮੈਂ ਭੁੱਲਦੀ ਨਹੀਂ ਉਹਦੇ 'ਚ ਲਿਖਦਾ ਇੱਕ ਮਾਰਗ ਦੂਰ ਹੈ ਦੂਸਰਾ ਨਹੀਂ ਇੱਕ ਨੀਅਰ ਹੈ ਸੁਨਰਾਮ ਨੀਅਰ ਵਰਡ ਇੰਗਲਿਸ਼ ਦਾ ਫਿਰ ਨੀਅਰ ਦਾ ਉਹਨਾਂ ਨੇ ਨੀਅਰਨ ਨੀਅਰਾਨ ਜਿਸ ਤਰ੍ਹਾਂ ਡਿਗਰੀਜ਼ ਹੁੰਦੀਆਂ ਨੇ ਨਾ ਨੀਅਰ ਨੀਅਰਰ ਨੀਅਰੈਸਟ ਲਿਖਣਾ ਸੀ ਉਹ ਨੀਅਰਾਨ ਤੇ ਹੋਰ ਵੀ ਕਈ ਨੇ ਕਫ ਵਰਡ ਹੈ ਗੋਰਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ these two poets come and fit into this Ram and Syam there are two names coming into this ਦਸਮ ਗ੍ਰੰਥ ਦੇ ਵਿੱਚ ਰਾਮ ਕਵੀ ਜਿਹੜਾ ਹੈ ਇਹ ਕਾਫੀ ਤ੍ਰਿਚੋਤਰ ਦੇ ਵਿੱਚ ਵੀ ਵਰਤਿਆ ਗਿਆ ਦਾ ਨਾਮ ਸ਼ਾਮ ਤਾਂ ਥਰੂ ਆਊਟ ਹੀ ਚੱਲਦਾ ਹੈਗਾ ਤੇ ਰਾਮ ਵੀ ਹੋਰਨਾਂ ਥਾਵਾਂ ਤੇ ਮਿਲ ਜਾਂਦਾ ਨਾਮ ਇਹ ਪੈਨ ਨੇਮਸ ਹੈਗੇ ਨੇ ਪੈਨ ਨੇਮਸ ਨੇ ਬਸ The other situation which I want to talk to you is there is a book written by Dr. Ambedkar, Riddles of Hinduism. Can I say it Riddles of Sikhism? Yeah, ਬਿਲਕੁਲ ਇਹ ਜਿਹੜੀ ਚੀਜ਼ ਹੈਗੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗੀ ਜਿਹੜੀ ਹਿੰਦੂਤਵਾ ਬੁੱਕ ਦੇ ਵਿੱਚ ਹੈਗੀ ਹੈ ਜੋ ਕੁਝ ਵੀ ਜਾਂ ਬੁੱਧਿਜ਼ਮ ਦੀ ਹਿਸਟਰੀ ਦੇਖੀ ਜੋ ਕੁਝ ਬੁੱਧਿਜ਼ਮ ਨਾਲ ਹੋਇਆ ਉਹੀ ਟੂਲਸ ਉਹੀ ਤੌਰ ਤਰੀਕੇ ਵਰਤ ਕੇ ਸਿੱਖੀਜ਼ਮ ਨਾਲ ਹੋ ਰਿਹਾ ਕੋਈ ਨਵੀਂ ਗੱਲ ਨਹੀਂ ਹੋ ਰਹੀ ਜਿਹਨੇ ਬੁੱਧਿਜ਼ਮ ਨੂੰ ਸਮਝ ਲਿਆ ਕਿਵੇਂ ਅਲੋਪ ਹੋਇਆ ਉਹ ਸਿੱਖੀਜ਼ਮ ਦੇ ਸਾਰੇ ਤਰੀਕੇ ਸਮਝ ਸਕਦਾ ਸਿਰਫ ਇੱਕ ਸੈਂਟੈਂਸ ਮੈਂ ਤੁਹਾਨੂੰ ਦੱਸਦੀ ਹਾਂ ਹਿੰਦੂਤਵਾ ਦੇ ਵਿੱਚ ਜਿਹੜਾ ਉਹਨਾਂ ਲਿਖਿਆ we yield to none in our love admiration and respect for the Buddha the Dharma the Sangha they are all ours their glories are ours and ours their failures this is very important ਹੁਣ ਇਹ ਜਿਹੜੀ ਚੀਜ਼ ਹੈ 19th ਸੈਂਚਰੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੰਸਕ੍ਰਿਤ ਟ੍ਰਾਂਸਲੇਟ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਬ੍ਰਜ 'ਚ ਹੋ ਰਿਹਾ ਜਪਜੀ ਸਾਹਿਬ ਖਾਸ ਕਰਕੇ ਕਿਉਂਕਿ ਪਪੂਲਰ ਬਾਣੀ ਹੈ ਤੇ ਉਹ ਜਿਹੜੀ ਹੈ ਟ੍ਰਾਂਸਮਿਸ਼ਨ ਬ੍ਰਹਮੈਨਿਕ ਲਿਟਰੇਚਰ ਦੀ ਗੁਰਮੁਖੀ 'ਚ ਹੋ ਰਹੀ ਹੈ ਸੋ ਉਹਨਾਂ ਦੀਆਂ ਗਲੋਰੀਜ਼ ਇੱਥੇ ਆ ਕੇ ਫੇਲੂਅਰ ਬਣ ਰਹੀਆਂ ਕਿਉਂਕਿ ਗੁਰਮਤ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਵਿਧਾਨਤਕ ਇੰਟਰਪ੍ਰੀਟੇਸ਼ਨ ਦੇ ਵਿੱਚ ਨੱਪੀ ਜਾ ਰਹੀ ਹੈ There is another thing, if I'm in some book I have found that Chandi Chritar is a translation of Markandeya Purana. Markandeya Purana, yeah. Is it right? Yes, Chandi ਇੱਥੇ ਤਿੰਨ ਵਾਰਾਂ ਨੇ ਇੱਕ ਚੰਡੀ ਚਰਿਤਰੋਕਤ ਬਿਲਾਸ ਉਹ ਮਾਰਕੰਡੇਯ ਪੁਰਾਣਾ ਦੀ ਟ੍ਰਾਂਸਲੇਸ਼ਨ ਹੈ ਇਹ ਕੰਪੀਟੀਸ਼ਨ ਹੁੰਦਾ ਸੀ ਜਿਹੜੇ ਪੋਇਟਸ ਟ੍ਰੇਨਡ ਹੋਏ ਨੇ ਨਾ
ਕਿ ਮਾਰਕਟੇ ਪੁਰਾਣਾ ਦੀ ਜਿਹੜੀ ਹੈ ਉਹਨੂੰ ਛੋਟੇ ਤੋਂ ਛੋਟਾ ਕਰਕੇ ਜਾਂ 700 ਸ਼ਲੋਕਾਂ ਨੂੰ ਕਿਵੇਂ ਟਰਾਂਸਲੇਟ ਕਰਕੇ ਅਸੀਂ ਦੇਣਾ ਹੈ। ਇਹਦੇ ਚ ਜਿਹੜੇ ਬੈਸਟ ਲਿਖਦੇ ਸੀ ਉਹਨਾਂ ਨੂੰ ਸਤਸਈ ਦਾ ਨਾਮ ਦਿੱਤਾ ਜਾਂਦਾ ਸੀ ਵੀ ਸਤਸਈ ਪੋਇਟ ਹੈ, ਉਹਨੇ 700 ਸ਼ਲੋਕ ਟਰਾਂਸਲੇਟ ਕੀਤੇ ਨੇ, ਉਹਦੇ ਵਿੱਚ ਵੀ ਬੁੱਧ ਕਵੀ ਨੂੰ ਸਤਸਈ ਕਿਹਾ ਗਿਆ ਹੈਗਾ। If I say that in this book Guru Gobind Singh is portrayed as a follower of Brahminical mythology, ਮਾਤਾ ਦਾ ਪੁਜਾਰੀ, is it? ਜੇ ਤੁਸੀਂ ਉਹ ਕਹੋ ਕਿ ਜਿਸ ਤਰ੍ਹਾਂ ਆਪਣੀ ਕਥਾ ਗੁਰੂ ਗੋਬਿੰਦ ਸਿੰਘ ਬੋਲ ਰਿਹਾ, ਪਰ ਜਦੋਂ ਕ੍ਰਿਟੀਕਲੀ ਇੱਕ ਤੁਸੀਂ ਐਕਡੈਮਿਸ਼ੀਅਨਸ ਦੇ ਤੌਰ ਤੇ ਅਪਰੋਚ ਕਰਦੇ, ਤੁਹਾਨੂੰ ਕੋਈ ਐਵੀਡੈਂਸ ਨਹੀਂ ਲੱਭਦਾ ਕਿ ਗੁਰੂ ਗੋਬਿੰਦ ਸਿੰਘ ਖੁਦ ਕਹਿ ਰਿਹਾ ਹੈਗਾ। Now I want to come to the last section of this interview. There are people like Dr. Harbhajan Singh, Dr. Jodh Singh, Gyani Lal Singh, Dr. Taran Singh, Justice, I think he's Justice Harbans Singh, Sir Pyara Singh Padam, and then comes Baba Virsa Singh, Akal Takht Namded, where do these people, why they are supporting it? ਦੇਖੋ ਜੀ, ਮੈਂ ਜਿੰਨੀ ਵੀ ਇਹਦੀ ਹਿਸਟਰੀ ਪੜ੍ਹੀ ਹੈ ਜਾਂ ਕੰਟੈਂਟਸ ਪੜ੍ਹਨ ਤੋਂ ਮੈਨੂੰ ਜੋ ਮੈਂ ਕਨਕਲੂਡ ਕੀਤਾ ਹੈ ਉਹ ਹੈ ਕਿ ਦਸਮ ਗ੍ਰੰਥ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਆ ਰਿਹਾ ਹੈ, ਸਿੱਖ ਸਰਕਲਸ ਤੋਂ ਬਾਹਰੋਂ ਆ ਰਿਹਾ ਹੈ। ਇਹਦਾ ਓਰੀਜਨ ਬ੍ਰਾਹਮੈਨਿਕਲ ਸੈਂਟਰਸ ਤੋਂ ਵਿੱਚੋਂ ਹੈ। ਸੋ ਜਿਹੜੇ ਇਹ ਸਪੋਰਟ ਅੱਜ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਜਾਂ ਪ੍ਰੋਫੈਸਰ ਪਦਮ ਹੈ ਜਾਂ ਪ੍ਰੋਫੈਸਰ ਜੋਤ ਸਿੰਘ ਹੈ, ਜਾਂ ਕਿਉਂ ਕਰ ਰਹੇ ਨੇ, ਇਹ ਤਾਂ ਉਹਨਾਂ ਨੂੰ ਪਤਾ ਹੋਏਗਾ, ਠੀਕ ਹੈ ਜੀ, ਕਿਉਂ ਕਰ ਰਹੇ। ਪਰ ਉਹਨਾਂ ਦੀਆਂ ਜਿਹੜੀਆਂ ਦਲੀਲਾਂ ਨੇ ਉਹ ਬਹੁਤੀਆਂ ਕੋਈ ਤਰਕ ਵਾਲੀਆਂ ਹੈ ਨਹੀਂ ਹੈ, ਫਾਊਂਡੇਸ਼ਨ ਤੋਂ ਬਿਨਾਂ ਨੇ। ਤੇ ਅੱਜ ਪੰਜਾਬ ਦੇ ਵਿੱਚ ਬੜੇ ਡੇਰੇ ਅਖਾੜੇ ਬਣੇ ਹੋਏ ਨੇ, ਕਾਫੀ ਸਾਲ ਹੋ ਗਏ ਬਣਿਆ ਨੂੰ ਇਹਨਾਂ ਨੂੰ। ਹੁਣ ਪੰਜਾਬ ਦੀ ਜਨਤਾ ਵੀ ਇਹਦੇ ਵਿੱਚ ਕਾਫੀ ਇਨਵੋਲਡ ਹੈ। ਤੇ ਜਿਹੜੇ ਬਾਬਾ ਵਿਰਸਾ ਸਿੰਘ ਹੋਰੀ, ਇਹ ਡੇਰੇ ਅਖਾੜੇ ਕੀ ਨੇ, ਸਾਰਾ ਕੁਝ ਜਿਹਨੂੰ ਆਪਾਂ ਅੱਜ ਮਾਡਰਨ RSS ਕਹਿ ਦਿੰਦੇ ਆ। Baba Virsa Singh has put this whole thing on the internet, number one. 300 Dasam Granth copies printed in Nanded, distributed in the world. Why RSS is involved in it? They have got their own field, they can do whatever they want. They have the right, they have got the birthright to purple, but why they are trying to interject there? ਐਕਚੁਅਲੀ ਜਦੋਂ ਆਪਾਂ ਇਹਨਾਂ ਦੀ ਆਈਡੀਓਲੋਜੀ ਪੜ੍ਹੀਏ ਫਿਰ ਪਤਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਚੀਜ਼ ਨਾਲ ਆਇਡੈਂਟੀਫਾਈ ਕਰ ਰਹੇ ਨੇ RSS ਵਾਲੇ। ਹਿੰਦੂਜ਼ਮ ਇੱਕ ਅਲੱਗਾ ਚੀਜ਼ ਹੈ। ਹਾਂਜੀ, it is a religion and everybody follows. ਹਿੰਦੂਜ਼ਮ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਦੂਸਰੇ ਰਿਲੀਜਨ ਹੈ, ਉਹਨਾਂ ਨੂੰ ਪਤਾ ਹੈ, ਇੱਕ ਦੂਜੇ ਨੂੰ ਪਤਾ ਹੈ ਕਿ ਸਾਡੀਆਂ ਕੀ ਬਾਉਂਡਰੀਜ਼ ਨੇ, ਕਿਸ ਤਰ੍ਹਾਂ ਰਹਿਣਾ। ਪਰ ਜਿਹੜੇ RSS ਵਾਲੇ ਨੇ ਉਹ ਰਿਲੀਜਨ ਦਾ ਨਾਮ ਵਰਤ ਕੇ ਤੇ ਆਇਡੈਂਟੀਫਾਈ ਆਪਣੇ ਆਪ ਨੂੰ ਕਿਸ ਨਾਲ ਕਰ ਰਹੇ ਨੇ, ਉਹ ਸੈਂਟਰਸ ਆਫ ਲਰਨਿੰਗ। ਹੁਣ ਜੇ ਆਪਾਂ ਇੰਡੀਆ ਦੇ ਵਿੱਚ ਹਿਸਟਰੀ, ਰਿਲੀਜਨ ਦੀ ਹਿਸਟਰੀ ਸਾਰੀ ਦੇਖੀਏ ਨਾ, ਵੈਦਿਕ ਰਿਲੀਜਨ ਤੋਂ ਸ਼ੁਰੂ ਹੋ ਕੇ ਵੇਦਾਸ ਨੂੰ ਕਿਸ ਤਰ੍ਹਾਂ ਡਿਸਟੋਰਟ ਕੀਤਾ ਗਿਆ, ਮਾਈਥੋਲੋਜੀ ਨਾਲ। ਬੁੱਧਿਜ਼ਮ ਨੂੰ ਕਿਵੇਂ ਡਿਸਟੋਰਟ ਕੀਤਾ ਗਿਆ, ਮਾਈਥੋਲੋਜੀ ਨਾਲ, ਸੁਪਰ ਇੰਪੋਜ਼ ਕਰਕੇ ਚੀਜ਼ਾਂ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਪਿਛਲੀ ਲਾਈਫ ਲੈਣ ਦੀ ਤੇ ਹੇਮਕੁੰਟ ਸੁਪਰ ਇੰਪੋਜ਼ ਕਰ ਦਿੱਤਾ। ਤੇ ਇਹਦੇ ਉਹੀ ਸਿੱਖੀਜ਼ਮ ਦੇ ਨਾਲ ਹੋ ਰਿਹਾ, ਮਾਈਥੋਲੋਜੀ ਦੇ ਨਾਲ। ਹਾਂਜੀ, ਉਹਨਾਂ ਨਾਲ ਐਸੋਸੀਏਟ ਕਰਦੇ ਨੇ RSS ਵਾਲੇ। ਤੇ ਜਿਹੜੇ ਉਸ ਪਾਸੇ ਤੇ ਖੜੇ ਨੇ ਉਹ ਦਸਮ ਗ੍ਰੰਥ ਨੂੰ ਪ੍ਰਮੋਟ ਕਰਦੇ ਨੇ, ਕਿਉਂਕਿ ਉਹਨਾਂ ਦਾ ਹੈ ਕਿ ਕੋਈ ਇਜ਼ਮ ਨਾ ਹੋਵੇ। ਸਾਰਿਆਂ ਦਾ ਜੋ ਕੁਝ ਤੁਹਾਡੇ ਕੋਲ ਹੈ ਲਿਟਰੇਚਰ, ਮੇਰਾ ਲਿਟਰੇਚਰ, ਸਾਰਾ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਏ ਆਪਣੇ ਢੰਗ ਨਾਲ। Because there was, for example, there was a letter written by Dr. Santokh, for the Sardar Santokh Singh of Chandigarh on July 6th, 1973 to Akal Takht. और उन्होंने 2 पॉइंटां दे उत्ते लिखा कि 3:8, I can read the letter. उन्होंने लिखा, अरदास उपरंत राज करेगा खालसा पढ़न बारे और की दसम ग्रंथ विच अंकत चरित्र पाखियन सी दशमेश बाणी है या नहीं। सरदार गुरबख्श सिंह, मीत सकत्तर धर्म प्रचार कमेटी, श्रोमणी गुरुद्वारा प्रबंधक कमेटी अमृतसर जवाब देंदे ने,
ਸ਼੍ਰੀਮਾਨ ਜੀ, ਆਪ ਜੀ ਦੀ ਪੱਤਰਕਾ ਮਿਲੀ 6773 ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਸ਼੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਰਾਏ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ। ਰਾਜ ਕਰੇਗਾ ਖਾਲਸਾ। ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰੇਕ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤ ਦੇ ਅਨੁਕੂਲ ਹੈ, ਕਿਉਂਕਿ ਇਹ ਦੋਹਰੇ ਪੜ੍ਹਨ ਦਾ ਪੰਥਕ ਫੈਸਲਾ ਹੈ। ਇਸ ਫੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਚਰਿਤਰੋਪਾਖਿਆਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪ੍ਰਾਰਤਨ ਹਿੰਦੂ ਮਿਥਿਆਕ ਸਿੱਖਿਆ ਹੈ। ਔਰ ਉਹਨਾਂ ਨੇ ਫੈਸਲਾ ਇਸ ਵੇਲੇ ਨੰਬਰ 1 I have read this ਕਿ ਭਾਈ ਮਨੀ ਸਿੰਘ ਹੋਰਾਂ ਵੇਲੇ ਵੀ ਇੱਕ ਇਕੱਠ ਹੋਇਆ ਦਮਦਮਾ ਸਾਹਿਬ, ਉੱਥੇ ਵੀ ਇਸ ਨੂੰ ਸਵਾਲ ਪੈਦਾ ਕੀਤਾ ਗਿਆ ਕਿ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ। ਔਰ ਹੁਣ ਵੀ ਚਰਿਤਰੋਪਾਖਿਆਨ ਔਰ ਹਕਾਇਤਾਂ ਜਿਹੜੀਆਂ ਹਨ ਉਹ ਕਹਿ ਕੇ ਵੀ ਇਹ ਤਾਂ ਮੰਨੀਆਂ ਜਾ ਰਹੀਆਂ ਨੇ। Why don't we do this? Why are we doing this to our religion? I want to ask you this question. Why we are doing this to ourselves? This Chitropakyan and all that. No, I mean to say this is a whole thing which is all. Why we are diluting? Why we are killing? Actually, ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਕਿ 19th century ਦੇ ਵਿੱਚ ਜਦੋਂ ਬਨਾਰਸ ਦੇ ਲਰਨ ਪੀਪਲ ਆਏ ਨੇ, ਹੁਣ ਉਹਨਾਂ ਦੀ ਮੈਂ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਦੱਸਾਂ। ਉਸ ਵੇਲੇ ਉਹਨਾਂ ਨੂੰ ਉਹ ਅੰਡਰ ਪੈਨ ਨੇਮ ਗੁਪਤ ਤਰੀਕੇ ਨਾਲ ਲਿਖ ਰਹੇ ਨੇ ਲਿਟਰੇਚਰ। ਉਹ ਲਿਟਰੇਚਰ ਜਿਹੜਾ ਹੈ ਅਖਾੜਿਆਂ ਡੇਰਿਆਂ ਵਿੱਚ ਸਟੂਡੈਂਟਸ ਨੂੰ ਪੜ੍ਹਾਇਆ ਜਾਂਦਾ, ਜਿਹੜੇ ਅਗਾਂਹ ਤਿਆਰ ਹੋ ਕੇ ਪ੍ਰਚਾਰਕ ਬਣਦੇ ਨੇ, ਰਾਗੀ ਬਣਦੇ ਨੇ, ਕਥਾਕਾਰ ਬਣਦੇ ਨੇ ਜਾਂ ਉਹ ਜਿਹੜੇ ਕਵੀ ਨੇ। ਇੰਟਰਸਟਿੰਗ ਚੀਜ਼ ਇਹ ਆ, ਉਹ ਕਵੀ ਅੱਜ ਦੇ ਵਿਦਵਾਨ ਜਿਹੜੇ ਦਸਮ ਗ੍ਰੰਥ ਨੂੰ ਸਪੋਰਟ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਉਹਨਾਂ ਕਵੀਆਂ ਨੂੰ ਸੰਤ ਦੀ ਉਪਾਧੀ ਦੇ ਰਹੇ ਆ। ਹਾਂਜੀ, ਹੁਣ ਇਹਨਾਂ ਨਿਰਮਲਾਸ ਦੀ ਜਿਹੜੀ ਸਿੱਖ ਧਰਮ ਚ ਕਿਉਂ ਆਈ, ਰੀਜ਼ਨ ਕੀ ਸੀ? ਪਟਿਆਲੇ ਦੇ ਵਿੱਚ 1860s ਦੇ ਵਿੱਚ ਹੈ, ਅਰਾਊਂਡ ਦੈਟ ਟਾਈਮ 1860 ਔਰ 61 ਜੇ ਇਹਨਾਂ ਦਾ ਜਿਹੜਾ ਵੱਡਾ ਪੰਡਤ ਸੀ ਲਿਆਂਦਾ ਗਿਆ ਉੱਥੇ, ਤੇ ਚੋਟੀ ਦੇਹੋਂ ਰੋਟੀ ਲੈਹੋਂ ਦਾ ਨਾਰਾ ਲੱਗਾ ਕਿ ਅਸੀਂ ਆਪਣੀ ਚੋਟੀ ਦੇ ਦਿੰਦੇ ਆ, ਕਿਸ ਕਰਕੇ? ਰੋਟੀ ਲਈ। ਸੋ ਰਿਲੀਜਨ ਉਹਨਾਂ ਨੇ ਮੀਨਸ ਆਫ ਲਾਈਵਲੀਹੁੱਡ ਬਣਾਇਆ ਤੇ ਉਹਦੇ ਵਿੱਚ ਇੱਕ ਬਿਜ਼ਨਸ ਬਣ ਕੇ ਰਹਿ ਗਿਆ। ਹਾਂਜੀ, ਹੁਣ ਜਦੋਂ ਪੰਜਾਬ 'ਚ ਡੇਰੇ ਬਣ ਗਏ ਤੇ ਪੰਜਾਬ ਦੀ ਵੀ ਜਨਤਾ ਇਨਵੋਲਵ ਹੋ ਗਈ ਤੇ ਹੁਣ ਉਹ ਜਿਹੜਾ ਫਰਕ ਕਰਨ ਦਾ ਜਿਹੜਾ ਨਾ ਉਹਨਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਕੈਪੈਸਿਟੀ ਵੀ ਘਟ ਗਈ ਹੈ। ਹਾਂਜੀ, ਪਰ ਜਿਨ੍ਹਾਂ ਨੂੰ ਪਤਾ ਹੈ ਉਹ ਪ੍ਰੈਸ਼ਰ ਹੇਠ ਵੀ ਹੈਗੇ ਨੇ, ਕਿਉਂਕਿ ਆਫਟਰ ਇੰਡੀਪੈਂਡੈਂਸ ਸਿੱਖ ਆਈ ਡੋਂਟ ਥਿੰਕ ਦੇ ਆਰ ਇੰਡੀਪੈਂਡੈਂਟ। ਕਾਲਾ ਅਫਗਾਨਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਇੱਕ ਕਿਤਾਬ ਲਿਖੀ ਹੈ ਚਰਿੱਤਰ ਨਾਟਕ ਗੁਰਬਾਣੀ ਦੀ ਕਸਵੱਟੀ ਤੇ। He has tested this. He has written this book and he has gone over this book. ਇੱਕ ਕਿਤਾਬ ਤੇ ਜਾ ਚੁੱਕੇ ਨੇ ਚੈਪਟਰ ਬਾਈ ਚੈਪਟਰ। ਔਰ ਉਹਨਾਂ ਦੇ ਵਿੱਚ ਚੌਪਈ ਭਲੋ ਵਹੇ ਜੋ ਭੋਗ ਕਮਾਵੇ, ਭਾਂਤ ਭਾਂਤ ਸੇ ਦਰਦ ਲੁਟਾਵੇ, ਦਰਬ ਲੁਟਾਵੇ। ਇਹਦੇ ਦੇਖੋ ਜਦੋਂ ਹੁਣ ਇਹੋ ਜਿਹੀਆਂ ਗੱਲਾਂ, ਔਰ we have gone over it. And he has written 7 letters. ਜਥੇਦਾਰ ਰਣਜੀਤ ਸਿੰਘ, ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਵਿਰਸਾ ਸਿੰਘ, ਭਾਈ ਕਰਪਾਲ ਸਿੰਘ, ਸਰ ਪਿਆਰਾ ਸਿੰਘ ਪਦਮ, ਡਾਕਟਰ ਜੋਧ ਸਿੰਘ, ਗੁਰਚਰਨ ਸਿੰਘ ਲਾਂਬਾ, all these people he has written this book and he has written these letters. He has not received 90% letters go on. ਜਵਾਬ ਨਹੀਂ ਮਿਲਿਆ। And here I have got a letter, a book written by George Forester, 1783. A book entitled The Granth, which contained the civil and religious institutes of Nanak, is the only typical object which the Sikhs have admitted into their places of worship. Instead of the intermediation of subordinate deities, they are directed to address their prayers to one God, who without the aid of any delegate is to be considered the unassociated ruler of the earth.
why these people are putting Guru Granth Sahib equal to Dasam. Why they are putting Dasam Granth there? उसके बराबर प्रकाश कर दे, उदा अखंड पाठ होना. And it is mentioned that before Singh Sabha they used to do it. Tell me. ਕੁਝ ਮਾਡਰਨ ਸਕਾਲਰਸ ਹੈਗੇ ਆ ਜਿਨ੍ਹਾਂ ਨੇ ਮੈਂਸ਼ਨ ਕੀਤਾ ਹੈ ਕਿ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦਾ ਬਰਾਬਰ ਪ੍ਰਕਾਸ਼ ਹੁੰਦਾ ਸੀ ਸਿੰਘ ਸਭਾ ਮੂਵਮੈਂਟ ਤੋਂ ਪਹਿਲਾਂ. ਸਿੰਘ ਸਭਾ ਮੂਵਮੈਂਟ ਨੇ ਜਾਗਰਤੀ ਲਿਆਂਦੀ ਤੇ ਇਹ ਜਿਹੜਾ ਪ੍ਰਕਾਸ਼ ਹੈ ਦਸਮ ਗ੍ਰੰਥ ਦਾ ਬੰਦ ਕਰ ਦਿੱਤਾ. ਮੈਂ ਇਸ ਚੀਜ਼ ਦੇ ਉੱਪਰ ਕਿਉਂਕਿ ਹਿਸਟਰੀ ਜਦੋਂ ਮੈਂ ਪੜ੍ਹ ਰਹੀ ਹਾਂ ਗ੍ਰੰਥ ਦੀ ਦਸਮ ਗ੍ਰੰਥ ਦੀ ਤੇ ਉਹਦੇ ਵਿੱਚ ਫਿਰ ਮੈਨੂੰ ਇੱਕ ਕੁਐਸਚਨ ਜਿਹੜਾ ਸੀਗਾ ਕਾਫੀ ਜ਼ਿਆਦਾ ਮੈਨੂੰ ਇਹ ਚੀਜ਼ ਇੰਪੋਰਟੈਂਟ ਲੱਗੀ. ਮੈਂ ਦੇਖਿਆ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਉਹਨਾਂ ਦੀ ਕਿਸ ਚੀਜ਼ ਤੇ ਬੇਸਡ ਹੈ. ਜੌਨ ਮੈਲਕਮ ਸਕੈਚ ਆਫ ਦਾ ਸਿਕਸ. ਹੁਣ ਜੌਨ ਮੈਲਕਮ ਦੀ ਬੁੱਕ ਛੋਟੀ ਜੀ ਬੜੀ ਧਿਆਨ ਨਾਲ ਪੜ੍ਹਨ ਵਾਲੀ ਹੈ. ਉਹਨਾਂ ਨੇ ਧਿਆਨ ਨਾਲ ਨਹੀਂ ਪੜ੍ਹੀ. ਉਹਨਾਂ ਨੇ ਦੇਖ ਲਿਆ ਪੈਰਲਲ ਹੋ ਗਿਆ ਪ੍ਰਕਾਸ਼ ਹੈਗਾ, ਉਹਨਾਂ ਨੇ ਉਸ ਨੂੰ ਐਵੀਡੈਂਸ ਦੇ ਤੌਰ ਤੇ ਕੋਟ ਕਰ ਲਿਆ. ਪਰ ਜੌਨ ਮੈਲਕਮ ਦਾ ਸੋਰਸ ਆਫ ਇਨਫੋਰਮੇਸ਼ਨ ਕੀ ਹੈ? ਨਿਰਮਲਾ ਪ੍ਰੀਸਟ ਸਿਟਿੰਗ ਇਨ ਕੈਲਕਟਾ. ਜੌਨ ਮੈਲਕਮ 1805 ਅੰਮ੍ਰਿਤਸਰ ਆਇਆ ਹੈ. ਬੜੀ ਮੁਸ਼ਕਲ ਦੇ ਨਾਲ ਉਹਨੇ ਆਦਿ ਗ੍ਰੰਥ ਦੀ ਬੁੱਕ ਲਈ ਹੈ ਤੇ ਅਪੀਅਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਉਸ ਵੇਲੇ ਨਿਰਮਲਾ ਤੇ ਸ਼ਹੀਦ ਬੈਠੇ ਨੇ ਹਰਮੰਦਰ ਤੋਂ ਬਾਹਰ ਨੇ, ਦੇ ਆਰ ਟ੍ਰਾਈਂਗ ਟੂ ਗੈਟ ਇਨਟੂ ਇਟ, ਪਰ ਬਾਹਰ ਨੇ, ਉਹਨਾਂ ਦੇ ਥਰੂ ਨੇ ਲਈ ਲੱਗਦੀ ਹੈ. ਬੜੀ ਮੁਸ਼ਕਲ ਦੇ ਨਾਲ ਲਈ ਆਦਿ ਗ੍ਰੰਥ ਦੀ. ਸਿੱਖ ਅਲਾਓ ਨਹੀਂ ਸੀ ਕਰਦੇ ਸਟ੍ਰੇਂਜਰਸ ਨੂੰ ਹਰਮੰਦਰ ਸਾਹਿਬ ਦੇ ਵਿੱਚ ਵੀ ਆਉਣਾ ਕਿਉਂਕਿ ਉਹਨਾਂ ਦੀ ਆਪਣੀ ਹਿਸਟਰੀ ਸੀਗੀ, ਆਪਣੀ ਐਕਸਪੀਰੀਅੰਸਿਸ ਸੀਗੇ. ਹੁਣ ਜੌਨ ਮੈਲਕਮ ਨੇ ਟੂਵਰਡਸ ਦ ਐਂਡ ਆਫ ਹਿਸ ਬੁੱਕ ਬਹੁਤ ਹੀ ਅੱਛੀ ਸਟੇਟਮੈਂਟ ਦਿੱਤੀ ਹੈ. ਮੈਂ ਆਪਣੇ ਪੇਪਰ 'ਚ ਲਿਆਂਦੀ ਹੈਗੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰਲੀ ਲਿਖਿਆ. ਕਹਿੰਦਾ ਸ਼ਹੀਦੀਜ਼ ਨਿਰਮਲਾਸ ਇਹ ਕਹਿੰਦਾ ਇੰਟਰੋਡਿਊਸ ਕਰਨਗੇ ਚੇਂਜਸ ਸਿੱਖ ਧਰਮ ਦੇ ਵਿੱਚ ਜਿਹੜੇ ਕਿ ਸਿੱਖ ਬੜੇ ਉਹਨਾਂ ਨੂੰ ਰਿਸਪੈਕਟ ਦਿੰਦੇ ਨੇ. ਤੇ ਦੂਸਰਾ ਕਹਿੰਦਾ ਅੱਜ ਤੱਕ ਆਦਿ ਗ੍ਰੰਥ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖਾਂ ਦੇ ਵਿੱਚ ਕੋਈ ਹੋਰ ਨਹੀਂ ਹੈ. ਅਖੀਰ ਤੇ ਉਹਨੇ ਆਪਣਾ ਸਟੇਟਮੈਂਟ ਆਪਣੀ ਆਬਜ਼ਰਵੇਸ਼ਨ ਦੇ ਦਿੱਤੀ ਹੈ. ਉਹ ਤਾਂ ਉਹਨੇ ਨਿਰਮਲਾ ਪ੍ਰੀਸਟ ਦੀ ਦੇ ਦਿੱਤੀ ਕਿਸ ਵਾਸਤੇ ਕਿ ਜਿਹੜੇ ਉਹਦੇ ਆਪਣੇ ਲੋਕ ਨੇ ਉਹ ਪੜ੍ਹ ਸਕਣ ਕਿ ਸਿੱਖਾਂ ਦੇ ਵਿੱਚ ਵੜਨ ਲਈ ਕੌਣ ਤਿਆਰ ਹੈ ਕਿਉਂਕਿ ਉਹਨਾਂ ਨੂੰ ਗਰੁੱਪਸ ਚਾਹੀਦੇ ਨੇ. Okay. So therefore this is a conspiracy. ਹਾਂ ਉਹਦੇ ਵਿੱਚ ਦੇਖੋ ਨਾ 1812 ਚ ਬੁੱਕ ਪਬਲਿਸ਼ ਹੋ ਰਹੀ ਜਿਹਨੂੰ ਕੋਟ ਕਰ ਰਹੇ ਨੇ, ਇਹ 1783 ਚ ਹੈ. ਸੋ ਇਹ ਪਹਿਲਾਂ ਆ ਜਿਹਦੇ ਵਿੱਚ ਸਿਰਫ ਇੱਕੋ ਆ ਗੁਰੂ ਗ੍ਰੰਥ ਸਾਹਿਬ. Last word. ਹਾਂਜੀ. What would you like to say to the Sikh Sangat who are watching this program? ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਹੁੰਦੇ? ਮੈਂ ਤਾਂ ਇਹੀ ਕਹਾਂਗੀ ਕਿ ਆਮ ਤੌਰ ਤੇ ਕਹਿ ਦਿੰਦੇ ਆ ਕਿ ਅਸੀਂ ਮਿਨੋਰਟੀ 'ਚ ਹਾਂ ਤੇ ਤਾਂ ਕਰਕੇ ਸਾਡੇ ਨਾਲ ਸਾਰਾ ਕੁਝ ਹੋ ਰਿਹਾ. ਠੀਕ ਹੈ, ਪਰ ਇਹ ਕੋਈ ਐਕਸਕਿਊਜ਼ ਨਹੀਂ ਹੈ. ਪੜ੍ਹਨਾ ਬੜਾ ਜ਼ਰੂਰੀ ਹੈ. ਚਾਹੇ ਅਸੀਂ ਕਿਸੇ ਵੀ ਪੋਜੀਸ਼ਨ ਤੇ ਹੋਈਏ, ਡਾਕਟਰ ਹੋਵੋ, ਚਾਹੇ ਟੈਕਸੀ ਡਰਾਈਵਰ ਹੋਵੋ, ਚਾਹੇ ਤੁਸੀਂ ਆਪਣਾ ਬਿਜ਼ਨਸ ਚਲਾ ਰਹੇ ਹੋ, ਚਾਹੇ ਤੁਸੀਂ ਇੰਜੀਨੀਅਰ ਹੋ, ਕਿਸੇ ਵੀ ਹੋਵੋ, ਜਿੱਥੇ ਟਾਈਮ ਮਿਲਦਾ ਹੈ ਉੱਥੇ ਆਪਣੇ ਵਿਰਸੇ ਦੀ ਕਿਤਾਬ ਪੜ੍ਹੋ ਕ੍ਰਿਟੀਕਲ ਮਾਈਂਡ ਦੇ ਨਾਲ. ਕਿਸ ਜਿਹੜਾ ਲਿਖਣ ਵਾਲਾ ਉਹਦਾ ਪਿਛੋਕੜ ਕੀ ਹੈ, ਕਿਸ ਅਪਰੋਚ ਨਾਲ ਲਿਖ ਰਿਹਾ. ਤੇ ਮੈਂ ਦੂਸਰੀ ਗੁਜ਼ਾਰਿਸ਼ ਇਹ ਕਰਨਾ ਚਾਹਾਂਗੀ, ਗੁਰਦੁਆਰੇ ਲਾਇਬ੍ਰੇਰੀਜ਼ ਦੇ ਵਿੱਚ ਮੈਂ ਕਿਤਾਬਾਂ ਜਿਹੜੀਆਂ ਨੇ ਜਦੋਂ ਕਿਤੇ ਦੇਖਦੀ ਹਾਂ, ਮੈਨੂੰ ਦਸਮ ਗ੍ਰੰਥ ਤੇ ਜਿਹੜੀ ਜਿਸ ਤਰ੍ਹਾਂ ਪ੍ਰਿੰਸੀਪਲ ਹਰਭਜਨ ਸਿੰਘ ਦੀ ਹੋਈ ਜਾਂ ਕਾਲਾ ਅਫਗਾਨਾਂ ਦੀਆਂ, ਇਹ ਬਹੁਤ ਮੈਨੂੰ ਨਹੀਂ ਅਜੇ ਮਿਲੀਆਂ, ਹੋ ਸਕਦਾ ਕਿਤੇ ਹੋਣ, ਕੋਸ਼ਿਸ਼ ਕੀਤੀ ਪਰ ਮੈਨੂੰ ਲੱਭੀਆਂ ਨਹੀਂ. ਮੈਂ ਤਾਂ ਇਹ ਕਹਾਂਗੀ ਕਿ ਸਾਰੇ ਪਾਸਿਆਂ ਦੇ ਜਿਹੜੇ ਵਿਊਜ਼ ਨੇ ਦੇਖਣੇ ਚਾਹੀਦੇ ਨੇ ਹਰ ਇੱਕ ਨੂੰ, ਤੇ ਆਪਣਾ ਵਿਊਜ਼ ਜਿਹੜਾ ਤੁਸੀਂ ਆਪ ਬਣਾਓ. ਤੇ ਕਾਲਾ ਅਫਗਾਨਾਂ ਦੀਆਂ ਬੁੱਕਸ ਪੜ੍ਹੋ, ਹਰਭਜਨ ਸਿੰਘ ਦੀਆਂ. ਗਿਆਨੀ ਭਾਗ ਸਿੰਘ ਹੋਰਾਂ ਦੇ ਨਾਲ ਬੜੀ ਜ਼ਿਆਦਤੀ ਹੋਈ 1973 ਦੀ, ਤੁਸੀਂ ਲੈਟਰ ਪੜ੍ਹ ਰਹੇ ਸੀ ਉਦੋਂ ਜੇ ਗਿਆਨੀ ਭਾਗ ਸਿੰਘ ਹੋਰਾਂ ਨਾਲ, ਔਰ ਗਿਆਨੀ ਭਾਗ ਸਿੰਘ ਨੇ ਬੜੀ ਬਿਊਟੀਫੁਲ ਬੁੱਕ ਲਿਖੀ ਹੈ ਦਸਮ ਗ੍ਰੰਥ ਨਿਰਣੈ. ਦਸਮ ਗ੍ਰੰਥ ਨਿਰਣੈ. ਹੁਣ ਇਹ ਕਿਤਾਬਾਂ ਜਿਹੜੀਆਂ ਨੇ ਇਹ ਲਾਇਬ੍ਰੇਰੀਜ਼ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਸਾਰੀ ਸਿੱਖ ਸੰਗਤ ਜਿਹੜੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਕਿਤਾਬਾਂ ਲੈ ਕੇ ਪੜ੍ਹਨ ਤੇ ਇੱਕ ਏਮ ਬਣਾ ਲੈਣ ਕਿ ਹਫ਼ਤੇ 'ਚ ਇੱਕ ਕਿਤਾਬ ਕੰਪਲੀਟ ਕਰਨੀ ਹੈ ਤੇ ਆਪਸ 'ਚ ਫਿਰ ਡਿਸਕਸ ਕਰਨੀ ਹੈ. ਜਿੱਥੇ ਕਿਤੇ ਵੀ ਟਾਈਮ ਮਿਲਦਾ ਉੱਥੇ ਪੜ੍ਹਨ ਬੈਠ ਜਾਣਾ ਬਸ. ਗੁਰਬਖਸ਼ ਸਿੰਘ ਹੋਰਾਂ ਨੂੰ ਛੇਕਿਆ ਗਿਆ ਪੰਥ ਚੋਂ, ਛੇਕ ਦਿੱਤਾ ਗਿਆ ਸੀ ਅਕੋਰਡਿੰਗ ਟੂ ਦਿਸ ਆਈ ਥਿੰਕ ਗਿਆਨੀ ਭਾਗ ਸਿੰਘ ਉਹ ਪੋਲੀਟੀਕਲ ਪ੍ਰੈਸ਼ਰ ਹਿੱਟ ਹੋਇਆ ਬੜਾ. ਆਈ ਨੋ ਦੀ ਸਟੋਰੀ ਵਾਸ ਕਿ ਪਹਿਲਾਂ ਮੰਨ ਗਏ ਹਾਂਜੀ ਕਿ ਵੀ ਇਹ ਠੀਕ ਹੈ, ਹਰਮੰਦਰ ਸਾਹਿਬ ਅਕਾਲ ਤਖਤ ਤੇ ਆ ਕੇ ਉਸ ਤੋਂ ਬਾਅਦ ਪ੍ਰੈਸ਼ਰ ਪਿਆ. If I will say this thing to the ਜੇ ਮੈਂ ਸਿੱਖ ਸੰਗਤ ਦੇ ਅੱਗੇ ਇੱਕੋ ਹੀ ਬੇਨਤੀ ਕਰਾਂ ਤੇ let me tell you whether ਦੱਸਣਾ ਮੈਂ ਕਿ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਨਹੀਂ ਉਤਰਦੀ, ਬਿਲਕੁਲ ਉਹ ਸਾਡੀ ਗੁਰੂ ਨਹੀਂ ਬਣ ਸਕਦੀ. ਬਿਲਕੁਲ
ਸਿੱਧਾ ਹਿਸਟਰੀ ਵੀ ਨਹੀਂ ਦੱਸਦੀ ਤੇ ਕੋਈ ਹੋਰ ਚੀਜ਼ ਵੀ ਨਹੀਂ ਇਸ ਵਾਸਤੇ ਸਿੱਖ ਸੰਗਤ ਨੂੰ ਜਿਹੜੇ ਵੀ ਕੋਈ ਡੇਰੇ ਵਾਲਾ, ਕੋਈ ਪ੍ਰਚਾਰਕ ਹੈ, ਕੋਈ ਢਾਡੀ ਹੈ, ਕੋਈ ਕੀ ਕਹਿੰਦੇ ਆ ਕੀਰਤਨੀਆ, ਕੋਈ ਕੁਛ ਕਰਦਾ, ਅਗਰ ਉਹਨਾਂ ਨੂੰ ਉਹ ਬਾਣੀ ਸੁਣਾ ਕੇ ਕਹੇ ਕਿ ਇਹ ਬਾਣੀ ਹੈਗੀ ਹੈ ਫਲਾਣੇ ਗੁਰੂ ਦੀ ਜਾਂ ਦਸਮ ਗੁਰੂ ਦੀ ਜਾਂ ਪੰਜਵੇਂ ਗੁਰੂ, ਅਗਰ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਤੇ ਉਹ ਬਾਣੀ ਨਹੀਂ। ਮੈਂ ਗੁਰਦੁਆਰਿਆਂ 'ਚ ਕਈ ਦਫਾ ਦੇਖਦੀ ਹਾਂ ਕਿ ਰਾਗੀ ਸਿੰਘ ਜਿਹੜੇ ਨੇ ਦਸਮ ਗ੍ਰੰਥ ਚੋਂ ਕੀਰਤਨ ਕਰ ਜਾਂਦੇ ਆ, ਟੇਪਾਂ ਵੀ ਮਿਲਦੀਆਂ ਨੇ ਬਾਹਰ, ਪਰ ਆਮ ਜਨਤਾ ਨੂੰ ਪਤਾ ਨਹੀਂ ਲੱਗਦਾ। ਜੇ ਪੜਿਆ ਹੋਏਗਾ ਪਤਾ ਹੋਏਗਾ। ਸੰਗਤ ਦਾ ਪ੍ਰੈਸ਼ਰ ਇਹਨਾਂ ਤੇ ਇਹਨਾਂ ਨੂੰ, ਗੁਰਦੁਆਰੇ ਵਾਲਿਆਂ ਨੂੰ ਇਹੋ ਹੀ ਹੈ ਕਿ ਸਾਨੂੰ ਜਿਹੜੇ ਸਾਡੇ ਅਦਾਰੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਸਾਹਮਣੇ ਇਹ ਰੱਖਣ ਕਿ ਵੀ ਇਸ 'ਚ ਕੀ ਚੀਜ਼ ਹੈ, ਕਿਉਂ ਤੋਂ ਕਿਸ ਚੀਜ਼ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਰਹੇ ਹੋ। ਹਾਂਜੀ, ਮੈਂ ਇੱਕ ਛੋਟੀ ਜਿਹੀ ਹੋਰ ਅਰਜ਼ ਕਰਨਾ ਚਾਹੁੰਦੀ ਹਾਂ ਕਿ ਅਸੀਂ ਇਹ ਸਾਰਾ ਕੁਝ ਸਮਝ ਤਾਂ ਸਕਦੇ ਹਾਂ ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਵਿਚਾਰ ਕਰੀਏ। ਖਾਲੀ ਅਖੰਡ ਪਾਠ ਕਰਨ ਨਾਲ ਜਾਂ ਅਸੀਂ ਇਹ ਕਹਿ ਲੈਂਦੇ ਹਾਂ ਕਿ ਅਸੀਂ 35 ਮਿੰਟ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਜਾਂ 45 ਮਿੰਟ 'ਚ ਕਰ ਲਿਆ, ਇਹ ਦੌੜ ਨਹੀਂ ਚਾਹੀਦੀ। ਚਾਹੇ ਅਸੀਂ ਇੱਕ ਅਸ਼ਟਪਦੀ ਨੂੰ ਵਿਚਾਰ ਕੇ ਪੜ੍ਹ ਲਈਏ ਰੋਜ਼, ਉਹ ਸਾਡੇ ਅੰਦਰ ਬੈਠ ਜਾਏਗੀ ਜੇ ਵਿਚਾਰ ਕੇ ਪੜ੍ਹਿਆ ਹੋਏਗਾ। ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਦੇ ਨਾਲ ਸਾਨੂੰ ਸੋਝੀ ਆ ਸਕਦੀ ਹੈ ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਕੌਣ ਕਿੱਥੇ ਗਲਤ ਹੈ ਤੇ ਕਿੱਥੇ ਠੀਕ ਹੈ। ਬਾਣੀ ਦੇ ਲੜ ਲੱਗੋ। ਹਾਂਜੀ ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕਫੁਲ ਟੂ ਯੂ ਔਰ ਇੰਨਾ ਤੁਸੀਂ ਟਾਈਮ ਦਿੱਤਾ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।